ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਵਿਚਾਰ ਚਰਚਾ। ਅੱਜ ਇਸ ਪ੍ਰੋਗਰਾਮ ਵਿੱਚ ਸਰਦਾਰ ਮਹਿੰਦਰ ਸਿੰਘ ਗਰੇਵਾਲ ਜੀ ਹਾਜ਼ਰ ਨੇ। ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ। ਗਰੇਵਾਲ ਸਾਹਿਬ, ਅੱਜ ਬਹੁਤ ਸਾਰੇ ਮੁੱਦਿਆਂ 'ਤੇ ਅਸੀਂ ਗੱਲਬਾਤ ਕਰਨੀ ਹੈ ਔਰ ਇਹਨਾਂ ਮੁੱਦਿਆਂ ਦੇ ਵਿੱਚ ਫਿਰ ਇੱਕ ਵਾਰੀ ਕਿਸਾਨੀ ਦਾ ਜਿਹੜਾ ਮੁੱਦਾ ਹੈ ਜੋ ਭਾਰਤ ਵਿੱਚ ਹੀ ਛਾਇਆ ਹੋਇਆ, ਪਰ ਪੰਜਾਬ ਵਿੱਚ ਇਸ ਦਾ ਪ੍ਰਭਾਵ ਬਹੁਤਾ ਹੈ। ਇਸ ਦੇ ਬਾਰੇ ਸਾਨੂੰ ਦੱਸੋ ਕਿ ਕਿਸਾਨਾਂ ਨੇ ਹੁਣ 5 ਨਵੰਬਰ ਨੂੰ ਚੱਕਾ ਜਾਮ ਕਰਨ ਦੀ ਜਿਹੜੀ ਅਪੀਲ ਹੈ, ਉਹ ਸੱਦਾ ਜਿਹੜਾ ਉਹ ਦਿੱਤਾ ਹੋਇਆ। ਇਸ ਬਾਰੇ ਤੁਸੀਂ ਕੀ ਸਮਝਦੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ? ਜਿਹੜਾ ਹੁਣ ਕਿਸਾਨ ਜਥੇਬੰਦੀਆਂ ਨੇ 5 ਨਵੰਬਰ ਦਾ ਸੱਦਾ ਦਿੱਤਾ ਹੈਗਾ ਸਾਰੇ ਇੰਡੀਆ ਦੇ ਵਿੱਚ ਚੱਕਾ ਜਾਮ ਕਰਨ ਦਾ ਜੀ, ਇਹ ਬਹੁਤ ਵੱਡੀ ਗੱਲ ਹੈ। ਪਹਿਲੀ ਗੱਲ ਤਾਂ ਇਹਦੇ 'ਚ ਇਹ ਹੈ ਕਿ ਜਿਹੜੀ ਸਾਰੇ ਇੰਡੀਆ ਦੇ ਵਿੱਚ ਕਿਸਾਨਾਂ ਦੀ ਯੂਨਿਟੀ ਹੈ, ਇਹ ਬੜੇ ਲੰਮੇ ਸਮੇਂ ਬਾਅਦ ਇੰਨੀ ਵੱਡੀ ਯੂਨਿਟੀ ਦਿਸਣ ਨੂੰ ਆਈ ਹੈ। ਜੀ, 1988 ਦੇ ਵਿੱਚ ਜਦੋਂ ਮਹਿੰਦਰ ਸਿੰਘ ਟਕੈਤ ਤੇ ਸ਼ਰਦ ਜੋਸ਼ੀ ਹੁਣੀ ਹੁੰਦੇ ਸੀਗੇ, ਉਸ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਯੂਨਿਟੀ ਬਣੀ ਸੀ। ਉਦੋਂ ਬਾਅਦ 'ਚ ਹੁਣ ਇਹ ਪਹਿਲੀ ਵਾਰੀ ਹੋਇਆ ਹੈ ਕਿ ਇੰਨੀ ਜ਼ਿਆਦਾ ਯੂਨਿਟੀ ਹੋਈ ਹੈ। ਸੋ ਇਹ ਕਾਫੀ ਕਾਮਯਾਬ ਹੋਣ ਦੀ ਸੰਭਾਵਨਾ ਹੈ। ਦੂਸਰੀ ਗੱਲ ਹੈ ਕਿ ਇਹਦੇ ਵਿੱਚ ਸਾਰੀਆਂ ਜਥੇਬੰਦੀਆਂ ਨੇ ਆਪਣੇ ਆਪਣੇ ਲੈਵਲ 'ਤੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਪੀਲ ਕਰਨੀ ਸ਼ੁਰੂ ਕੀਤੀ ਹੈ ਕਿ ਇਹਨੂੰ ਪੂਰੀ ਤਰ੍ਹਾਂ ਸਹਿਯੋਗ ਦੇਣ, ਸਾਥ ਦੇਣ, ਅਤੇ ਨਾਲ ਹੀ ਇਹਨਾਂ ਨੇ ਜਥੇਬੰਦੀਆਂ ਨੂੰ ਵੀ ਇੱਕ ਕਿਸਮ ਦੇ ਜਿਵੇਂ ਨਾਕੇ ਹੁੰਦੇ ਆ ਉਹ ਸਪੁਰਦ ਕਰਤੇ ਆ ਵੀ ਆਹ ਇਲਾਕਾ ਇਸ ਜਥੇਬੰਦੀ ਨੇ ਸੰਭਾਲਣਾ, ਇਸ ਨੇ ਸੰਭਾਲਣਾ। ਉਹਦੇ ਨਾਲ ਟੋਟਲ ਜਿਹੜੇ ਹੈਗੇ ਨੈਸ਼ਨਲ ਹਾਈਵੇਜ਼ ਅਤੇ ਸਟੇਟ ਹਾਈਵੇਜ਼ ਦੇ ਵੀ ਜਿਹੜੇ ਮੇਨ ਪੁਆਇੰਟਸ ਨੇ ਉਹ ਸਾਰਿਆਂ 'ਤੇ ਨਾਕਾਬੰਦੀ ਹੋਊਗੀ ਅਤੇ ਪੂਰਾ ਇਹ ਬਹੁਤ ਵੱਡਾ ਇਹਦੇ ਜਿਹੜਾ ਹੈਗਾ ਕਾਮਯਾਬ ਹੋਣ ਦੀ ਸੰਭਾਵਨਾ ਹੈਗੀ ਆ। ਅਤੇ ਦੂਸਰਾ ਇਸ ਤੋਂ ਅੱਗੇ ਵੀ ਇਹਨਾਂ ਨੇ ਰੱਖਿਆ ਹੋਇਆ ਜਿਹੜਾ 26-27 ਤਰੀਕ ਦਾ ਨਵੰਬਰ ਦਾ, ਉਹ ਇਹਦੀ ਕੰਟੀਨਿਊਸ਼ਨ ਦੇ ਵਿੱਚ ਹੀ ਹੈ ਕਿ ਇਸ ਤੋਂ ਅੱਗੇ ਦਿੱਲੀ ਜਾਣ ਦਾ ਪ੍ਰੋਗਰਾਮ ਬਣ ਰਿਹਾ। ਸੋ ਲੰਬਾ ਸੋਚੀ ਬੈਠੇ ਨੇ ਕਿਸਾਨ। ਬੜਾ ਲੰਬਾ, ਜਿਵੇਂ ਹੁੰਦੀ ਹੈ ਲੰਬੀ ਰੇਸ, ਉਹਦੇ ਹਿਸਾਬ ਨਾਲ ਤਿਆਰੀ ਕੀਤੀ ਹੋਈ ਹੈ। ਇਕੱਲਾ 5 ਤਰੀਕ ਨਹੀਂ, ਉਸ ਤੋਂ 21 ਦਿਨ ਗਾਂਹ ਦਾ ਪ੍ਰੋਗਰਾਮ ਦਿੱਤਾ ਹੋਇਆ ਤਾਂ ਕਿ ਉਹਦੇ ਲਈ ਵੀ ਤਿਆਰੀ ਨਾਲ ਦੀ ਨਾਲ ਚੱਲੀ ਜਾਵੇ ਅਤੇ ਉਹ ਵੀ ਬੜਾ ਵੱਡਾ ਹੋਵੇ। ਕਿਉਂਕਿ ਇਹਨਾਂ ਨੇ ਵੀ ਸਮਝ ਲਿਆ ਵੀ ਜਿਹੜੀ ਕੇਂਦਰ ਸਰਕਾਰ ਹੈ ਉਹ ਇੰਨੀ ਜਿੱਦੀ ਅਤੇ ਢੀਠ ਹੋ ਚੁੱਕੀ ਹੈ ਕਿ ਉਹ ਥੋੜ੍ਹੀ ਬਹੁਤ ਗੱਲ ਦੇ ਨਾਲ ਸਮਝਣ ਨੂੰ ਹੀ ਤਿਆਰ ਨਹੀਂ, ਅਤੇ ਉਹਦੇ ਲਈ ਇਹਨਾਂ ਨੂੰ ਸੰਘਰਸ਼ ਜਿਹੜਾ ਹੈਗਾ ਉਹ ਲੰਬਾ ਵੀ ਲੜਨਾ ਪੈਣਾ ਅਤੇ ਜ਼ੋਰ ਨਾਲ ਵੀ ਲੜਨਾ ਪੈਣਾ। ਅਤੇ ਉਹਦੇ ਲਈ ਫਿਰ ਉਸ ਹਿਸਾਬ ਨਾਲ ਤਿਆਰੀਆਂ ਇਹਨਾਂ ਦੀਆਂ ਪੂਰੀਆਂ ਤਕੜੀਆਂ ਚੱਲ ਰਹੀਆਂ ਨੇ। ਅੱਗੇ ਦੇਖੋ ਕਿ ਜਿਹੜਾ 5 ਲੱਖ ਦਾ ਇਕੱਠ 1988 ਦੇ ਵਿੱਚ ਹੋਇਆ ਸੀ, ਇਹ ਸ਼ਾਇਦ ਐਤਕੀ ਉਸ ਤੋਂ ਵੀ ਉੱਪਰ ਜਾਵੇ। ਜੀ, ਗਰੇਵਾਲ ਸਾਹਿਬ, ਪੰਜਾਬ ਦੇ ਵਿੱਚ ਕਾਫੀ ਦਿਨ ਹੋ ਚੁੱਕੇ ਨੇ, ਤਕਰੀਬਨ ਮਹੀਨਾ ਜਿਹੜਾ ਹੈ ਉਹ ਆਮ ਤੌਰ 'ਤੇ ਨਾਕੇ ਮੋਰਚੇ ਲੱਗਿਆਂ ਨੂੰ ਹੋ ਗਿਆ ਬਹੁਤ ਸਾਰੀਆਂ ਜਗ੍ਹਾ 'ਤੇ। ਤੁਸੀਂ ਕੀ ਦੇਖਦੇ ਹੋ ਕਿ ਅੱਜ ਸਥਿਤੀ ਕੀ ਹੈ? ਰਾਜਨੀਤਿਕ ਪਾਰਟੀਆਂ, ਰੇਲਾਂ ਦਾ ਮਸਲਾ, ਕੋਲੇ ਦਾ ਮਸਲਾ, ਇਹ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਕਿਵੇਂ ਸਮ ਅਪ ਕਰਦੇ ਹੋ ਇਸ ਨੂੰ? ਦੇਖੋ, ਜਿਹੜਾ ਤਾਂ ਬੀਜੇਪੀ ਦਾ ਰੋਲ ਹੈ ਉਹ ਹਜੇ ਤੱਕ ਇਹਨਾਂ ਨੇ ਉਹੀ ਰਵੱਈਆ ਮੈਂ ਨਾ ਮਾਨੂ ਵਾਲਾ ਅਪਣਾਇਆ ਹੋਇਆ। ਈਵਨ ਖੁੰਦਕੀ ਜਿਹੜਾ ਸਿਸਟਮ ਹੈ ਉਹ ਵੀ ਨਾਲ ਲਾਗੂ ਕੀਤਾ ਹੋਇਆ। ਜਿਵੇਂ ਹੁਣ ਰੇਲਾਂ ਦੀ ਗੱਲ ਹੁੰਦੀ ਹੈ ਤਾਂ ਪਹਿਲਾਂ ਤਾਂ ਕਿਸਾਨਾਂ ਵੱਲੋਂ ਪਟੜੀਆਂ ਰੋਕੀਆਂ ਹੋਈਆਂ ਸੀ, ਪਰ ਉਸ ਤੋਂ ਬਾਅਦ ਇਹਨਾਂ ਨੇ ਕਹਿਤਾ ਸੀਗਾ ਕਿ 5 ਨਵੰਬਰ ਤੱਕ ਅਸੀਂ ਪਟੜੀਆਂ ਖੋਲ੍ਹ ਦਿੰਦੇ ਹਾਂ, ਜਿਹੜੀ ਮਾਲ ਗੱਡੀਆਂ ਨੇ ਉਹਨਾਂ ਨੂੰ ਨਹੀਂ ਰੋਕਿਆ ਜਾਊਗਾ। ਅੱਛਾ ਜੀ। ਹਾਂ, 1-2 ਥਾਵਾਂ 'ਤੇ ਜਿਵੇਂ ਸੀਲੋ ਹੈਗੇ ਆ ਅਡਾਨੀ ਦੇ, ਜਾਂ ਹੋਰ ਜਿਹੜੇ ਆਪਣੇ ਥਰਮਲ ਪਲਾਂਟਸ ਨੇ ਪ੍ਰਾਈਵੇਟ, ਉਹਨਾਂ ਦੇ ਰਸਤੇ ਜ਼ਰੂਰ ਰੋਕੇ ਹੋਏ ਸੀ, ਪਰ ਇਹਦਾ ਬਹਾਨਾ ਬਣਾ ਕੇ ਕੇਂਦਰ ਸਰਕਾਰ ਵੱਲੋਂ ਜਿਹੜੀ ਰੇਲ ਹੈਗੀਆਂ ਉਹ ਸਾਰੀਆਂ ਬੰਦ ਕੀਤੀਆਂ ਹੋਈਆਂ ਨੇ। ਉਹ ਇੱਕ ਬਦਲਾ ਲਊ ਭਾਵਨਾ ਵੀ ਕਹਿ ਸਕਦੇ ਹਾਂ। ਕਿਸਾਨ ਤਾਂ ਇਹਨੂੰ ਕਹਿੰਦੇ ਆ ਵੀ ਸਾਡੇ ਇਹ ਜ਼ਖਮਾਂ ਦੇ ਉੱਤੇ ਨੂਣ ਛਿੜਕਣ ਵਾਲੀ ਗੱਲ ਹੈ। ਇਹ ਤਾਂ ਬੀਜੇਪੀ ਦਾ ਰਵੱਈਆ ਹੈ, ਕਿਉਂਕਿ ਤਾਂ ਬਿਲਕੁਲ ਖੁੰਦਕ ਵਾਲੇ ਚੱਕਰ 'ਤੇ ਚੱਲੇ ਹੋਏ ਆ। ਜਿਹੜੀਆਂ ਦੂਜੀਆਂ ਸਿਆਸੀ ਪਾਰਟੀਆਂ ਨੇ, ਚਾਹੇ ਉਹ ਕਾਂਗਰਸ ਹੈ, ਅਕਾਲੀ ਦਲ ਹੈ, ਆਮ ਆਦਮੀ ਪਾਰਟੀ ਹੈ, ਇਹ ਸਾਰਿਆਂ ਨੇ ਹਜੇ ਆਪਣਾ ਉਹੀ ਪੁਰਾਣਾ ਸਿਸਟਮ ਹੀ ਜਾਰੀ ਰੱਖਿਆ ਹੋਇਆ ਵੀ ਕਿਸ ਤਰੀਕੇ ਦੇ ਨਾਲ ਅਸੀਂ ਇਹਦੇ ਵਿੱਚੋਂ ਆਪਣਾ ਜਿਹੜਾ ਸਿਆਸੀ ਲਾਭ ਹੈ ਉਹ ਕਿਵੇਂ ਕੱਢ ਸਕਦੇ ਹਾਂ। ਹਜੇ ਤੱਕ ਉਸੇ ਗੱਲ 'ਤੇ ਸਾਰੇ ਖੜ੍ਹੇ ਆ। ਦਿਲੋਂ ਕੋਈ ਵੀ ਚੰਗੀ ਤਰ੍ਹਾਂ ਕਿਸਾਨਾਂ ਦੇ ਪਿੱਛੇ ਲੱਗ ਕੇ ਉਹਨਾਂ ਦੇ ਨਾਲ ਨਹੀਂ ਲੱਗਿਆ, ਡਰਾਮਾ ਜ਼ਰੂਰ ਕਰਦੇ ਆ। ਇਹ ਵੀ ਸੁਣਨ ਦੇ ਵਿੱਚ ਆਇਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਂ 'ਤੇ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਪੰਚਾਂ ਦੇ ਫੋਨਾਂ 'ਤੇ ਸੰਦੇਸ਼ ਆਏ ਆ ਕਿ ਅਸੀਂ ਇਹ ਕਾਨੂੰਨ ਪਾਸ ਕਰ ਦਿੱਤੇ ਆ, ਤੁਸੀਂ ਫਿਕਰ ਨਾ ਕਰੋ, ਅਤੇ ਅਖੀਰ ਵਿੱਚ ਇਹ ਵੀ ਕਹਿ ਦਿੱਤਾ ਗਿਆ ਕਿ ਡਟੇ ਰਹੋ, ਤੁਸੀਂ ਲੱਗੇ ਰਹੋ। ਅਤੇ ਜਦ ਕਿ ਪੰਜਾਬ ਦੇ ਵਿੱਚ ਇੱਕ ਕਿਸਮ ਦਾ ਸਰਕਾਰ ਵੱਲੋਂ ਇਹਨਾਂ ਮੋਰਚਿਆਂ 'ਤੇ ਧਰਨਿਆਂ 'ਤੇ ਸਾਥ ਦਿੱਤਾ ਗਿਆ। ਦਬਵੀਂ ਆਵਾਜ਼ ਦੇ ਵਿੱਚ ਕਿਤੇ ਕਿਤੇ ਇਹ ਜ਼ਰੂਰ ਆਖਿਆ ਗਿਆ ਕਿ ਤੁਸੀਂ ਜਿਹੜਾ ਰੇਲਾਂ ਵਾਲਾ ਹੈ ਉਹ ਨਾ ਕਰੋ, ਦੂਸਰਾ ਕਰ ਲਓ, ਸੜਕਾਂ ਰੋਕ ਲਓ, ਟੋਲ ਪਲਾਜ਼ੇ ਫ੍ਰੀ ਕਰ ਦਿਓ, ਇਹ ਗੱਲ ਆਖੀ ਗਈ ਹੈ। ਹਰਿਆਣੇ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਲੋਕ ਮੁਜ਼ਾਹਰਾ ਕਰਨ ਵਾਲੇ ਸੀ ਉਹਨਾਂ 'ਤੇ ਪਰਚੇ ਵੀ ਜਿਹੜੇ ਨੇ ਉਹ ਪੁਲਿਸ ਨੇ ਕੱਟੇ ਨੇ। ਰਾਜਸਥਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਕੇਂਦਰ ਸਰਕਾਰ ਤੋਂ ਉਲਟਾ ਕੰਮ। ਉੱਥੇ ਕਹਿੰਦੇ ਕੁਝ ਖੇਤੀ ਕਾਨੂੰਨ ਪਾਸ ਕੀਤੇ ਨੇ, ਕੀ ਖਬਰ ਹੈ ਉੱਥੇ ਦੀ?
ਦੇਖੋ ਜਿਹੜੀਆਂ ਕਾਂਗਰਸ ਸਰਕਾਰਾਂ ਨੇ ਜਿੱਥੇ ਜਿੱਥੇ ਵੀ, ਉਹ ਪਹਿਲਾਂ ਤਾਂ ਕਾਂਗਰਸ ਹਾਈ ਕਮਾਂਡ ਵੱਲੋਂ ਹੀ ਇੰਸਟਰਕਸ਼ਨਸ ਆਈਆਂ ਨੇ ਕਿ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੇ ਰਾਜਾਂ ਦੇ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਪਾਸ ਕਰਨ ਜਿਹੜੇ ਕੇਂਦਰੀ ਕਾਨੂੰਨ ਨੇ ਉਹਨਾਂ ਦੀ ਕੁਛ ਨਾ ਕੁਛ ਰੁਕਾਵਟ ਪੈ ਸਕੇ ਉਹਨਾਂ ਦੇ ਵਿੱਚ, ਤੇ ਸਟੇਟਾਂ ਦੇ ਵਿੱਚ ਕਿਸਾਨਾਂ ਦਾ ਕੁਛ ਭਲਾ ਹੋ ਸਕੇ, ਉਸ ਤਰੀਕੇ ਨਾਲ ਕੀਤਾ ਜਾ ਰਿਹਾ। ਉਸੇ ਜਿਹੜਾ ਆਰਡਰ ਸਮਝ ਲਓ ਜਾਂ ਸਲਾਹ ਕਹਿ ਲਓ ਕਿ ਜਿਹੜੀ ਹਾਈ ਕਮਾਂਡ ਦੀ ਹੈ, ਉਹਦੇ ਤਹਿਤ ਜਿਵੇਂ ਪਹਿਲਾਂ ਪੰਜਾਬ ਨੇ ਇੱਕ ਸ਼ੁਰੂਆਤ ਕੀਤੀ ਸੀਗੀ ਕਿ ਇਹਨਾਂ ਨੇ ਕਾਨੂੰਨ ਪਾਸ ਕੀਤੇ ਸੀ, ਤਕਰੀਬਨ ਉਸੇ ਤਰਜ਼ 'ਤੇ ਹੀ ਕੋਈ ਬਹੁਤ ਥੋੜ੍ਹੇ ਡਿਫਰੈਂਸਿਸ ਨੇ। ਜਿਵੇਂ ਪੰਜਾਬ ਵਾਲਿਆਂ ਨੇ ਲਿਖਿਆ ਹੈ ਵੀ 3 ਸਾਲ ਤੱਕ ਦੀ ਕੈਦ, ਉਹਨਾਂ ਨੇ 3 ਤੋਂ 7 ਸਾਲ ਤੱਕ ਦੀ ਕੈਦ ਲਿਖਤੀ। ਪੰਜਾਬ ਵਾਲਿਆਂ ਨੇ ਲਿਖਿਆ ਸੀਗਾ ਵੀ ਜੇ ਕਿਸਾਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ MSP ਤੋਂ ਥੱਲੇ ਵੇਚਣ ਲਈ, ਉਹਨਾਂ ਨੇ ਲਿਖਤਾ ਵੀ ਜੇ ਕਿਸਾਨਾਂ ਨੂੰ ਹਰਾਸ ਕੀਤਾ ਜਾਂਦਾ ਹੈਗਾ ਤਾਂ ਉਹਨਾਂ ਨੂੰ 3 ਤੋਂ 7 ਸਾਲ ਦੀ ਕੈਦ ਤੇ ਨਾਲ ਜੁਰਮਾਨਾ 5 ਲੱਖ ਉਹਨਾਂ ਨੇ ਡਿਟਰਮਿਨ ਕਰਤਾ। ਇਹਨਾਂ ਨੇ ਡਿਟਰਮਿਨ ਉਹ ਨਹੀਂ ਕੀਤਾ। ਬਾਕੀ ਜਿਹੜਾ ਹੈਗਾ ਸੈਸ ਜਾਂ ਫੀਸ ਲਾਉਣ ਦੀ ਗੱਲ ਹੈ, ਉਹ ਜਿਸ ਤਰ੍ਹਾਂ ਪੰਜਾਬ ਨੇ ਕਿਹਾ ਕਿ ਅਸੀਂ ਇਹਦੇ 'ਤੇ ਜਿਹੜੀ ਪਰਚੇਜ਼ ਹੋਏਗੀ, ਚਾਹੇ ਉਹ ਸਿੱਧੀ ਹੈ ਮੰਡੀ, ਜਿਹੜੀ ਨਵੀਂ ਮੰਡੀ ਰਾਹੀਂ, ਚਾਹੇ ਉਹ ਕਿਸੇ ਕੰਟਰੈਕਟ ਰਾਹੀਂ ਹੈ, ਉਹਦੇ ਉੱਪਰ ਅਸੀਂ ਫੀਸ ਜਾਂ ਸੈਸ ਲਾਵਾਂਗੇ। ਉਸੇ ਤਰ੍ਹਾਂ ਰਾਜਸਥਾਨ ਸਰਕਾਰ ਨੇ ਵੀ ਇਹੀ ਗੱਲ ਕਹੀ ਹੈ ਵੀ ਅਸੀਂ ਇਹਦੇ 'ਤੇ ਸੈਸ ਲਾ ਸਕਦੇ ਹਾਂ। ਇਹ ਸਾਰੇ ਤਕਰੀਬਨ ਉਸੇ ਲਾਈਨ 'ਤੇ ਚੱਲ ਰਹੇ ਆ। ਪਰ ਇਹਦੇ 'ਚ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਜਿਹੜੇ ਕਾਨੂੰਨ ਨੇ ਇਹ ਸਿਰਫ ਕਾਂਗਰਸ ਵਾਲੀਆਂ ਸਟੇਟਾਂ ਦੇ ਵਿੱਚ ਹੀ ਕਿਉਂ ਹੋ ਰਹੇ ਆ, ਕਿਉਂਕਿ ਸਟੇਟ ਦਾ ਭਲਾ ਸੋਚਣਾ ਇਕੱਲੀ ਕਾਂਗਰਸ ਦਾ ਜਾਂ ਕਿਸੇ ਰੀਜਨਲ ਪਾਰਟੀ ਦਾ ਕੰਮ ਨਹੀਂ ਹੈ, ਉਹ ਸਾਰੀਆਂ ਪਾਰਟੀਆਂ ਦਾ ਹੈ। ਜੇ BJP ਕੇਂਦਰ ਦੇ ਵਿੱਚ ਰਾਜ ਕਰ ਰਹੀ ਹੈ ਤਾਂ ਜਿਹੜੀਆਂ ਸਟੇਟਾਂ ਦੇ ਵਿੱਚ BJP ਰਾਜ ਕਰਦੀ ਹੈ, ਉਹ ਸਟੇਟ ਦੀ BJP ਨੂੰ ਤਾਂ ਇਹ ਸੋਚਣਾ ਚਾਹੀਦਾ ਕਿ ਅਸੀਂ ਆਪਣੇ ਜਿਹੜੇ ਸਟੇਟ ਦੇ ਸਾਡੇ ਫਾਰਮਰ ਹੈ ਉਹਨਾਂ ਦਾ ਭਲਾ ਕਿਵੇਂ ਦੇਖਣਾ। ਲਾਈ ਲੱਗ ਹੋ ਕੇ ਸਿਰਫ ਵੀ ਸਾਡੀ ਸੈਂਟਰ ਦੇ ਵਿੱਚ ਪਾਰਟੀ ਜੋ ਕਹਿ ਰਹੀ ਹੈ ਉਹੀ ਅਸੀਂ ਮੰਨਣਾ, ਉਹਦੇ ਹਿਸਾਬ ਨਾਲ ਹੀ ਚੱਲਣਾ, ਇਹ ਵੀ ਕੋਈ ਵਧੀਆ ਗੱਲ ਨਹੀਂ ਹੈ। ਵੀ ਜੇ ਸਟੇਟ ਦੇ ਹੱਕ ਦੀ ਗੱਲ ਹੈ ਤਾਂ BJP ਨੂੰ ਸਟੇਟਾਂ ਦੇ ਵਿੱਚ ਵੀ ਇਹੀ ਕਰਨਾ ਚਾਹੀਦਾ। ਜੇ ਕਿਸੇ ਨੂੰ ਲੱਗਦਾ ਹੈਗਾ ਕਿ ਸਟੇਟਾਂ ਦੇ ਹੱਕ ਦੀ ਗੱਲ ਹੀ ਨਹੀਂ ਗੀ, ਕਿਸਾਨਾਂ ਦੇ ਹੱਕ ਦੀ ਨਹੀਂ ਗੀ, ਫਿਰ ਕਾਂਗਰਸ ਵਾਲਿਆਂ ਨੂੰ ਵੀ ਕਰਨਾ ਨਹੀਂ ਚਾਹੀਦਾ। ਇਹ ਸਿਰਫ ਮਤਲਬ ਪੋਲੀਟੀਕਲ ਸਿਸਟਮ 'ਤੇ ਅਸੀਂ ਚੱਲ ਰਹੇ ਹਾਂ, ਆਪਣੀ ਪਾਰਟੀ ਦੀ ਹਰ ਕਹੀ ਹੋਈ ਗੱਲ ਨੂੰ ਉਸੇ ਤਰੀਕੇ ਨਾਲ ਲਾਗੂ ਕਰਦੇ ਹਾਂ। ਆਪਣੇ ਇਲਾਕੇ ਦਾ, ਆਪਣੇ ਕਿਸਾਨਾਂ ਦਾ, ਆਪਣੇ ਲੇਬਰ ਦਾ ਉਹ ਸੋਚਣ ਦੇ ਵਿੱਚ ਅਸੀਂ ਬਿਲਕੁਲ ਵੀ ਵਿਸ਼ਵਾਸ ਨਹੀਂ ਰੱਖਦੇ। ਇਹ ਬੜੀ ਮਾੜੀ ਗੱਲ ਹੈ। ਜਿਵੇਂ ਤੁਸੀਂ ਕਿਹਾ ਕਿ ਸਾਡੇ ਜਿਹੜੇ ਸਥਾਨਕ ਆਗੂ ਨੇ ਜਾਂ ਸਥਾਨਕ ਸਰਕਾਰਾਂ ਨੇ ਇਹ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਕੁਛ ਆਪਣੀ ਸੋਚ ਸਮਝ ਦੇ ਨਾਲ ਸਟੈਂਡ ਲੈਣਾ ਚਾਹੀਦਾ ਸੀ। ਭਾਜਪਾ ਦੇ ਜਿਹੜੇ ਅਹੁਦੇਦਾਰਾਂ ਨੇ, ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਭਾਜਪਾ ਪੰਜਾਬ ਦੇ ਵਿੱਚ ਸਿੱਖ ਚਿਹਰਾ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ, ਇਸ ਤਰ੍ਹਾਂ ਆਖ ਲਓ, ਅਤੇ ਉਹਨਾਂ ਵੱਲੋਂ ਕਈ ਲੋਕਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਵੀ ਗਈ ਹੈ। ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਕਦੇ ਕਦੇ ਆ ਜਾਂਦਾ ਹੈ ਵਿੱਚ ਉਸ ਨਾਂ ਦੇ ਸੂਚੀ ਦੇ ਵਿੱਚ। ਹੁਣ ਪੰਜਾਬ ਦੇ ਕੁਝ ਭਾਜਪਾ ਦੇ ਅਹੁਦੇਦਾਰਾਂ ਨੇ ਅਸਤੀਫੇ ਵੀ ਦਿੱਤੇ ਨੇ, ਇਹ ਸੁਣਨ ਵਿੱਚ ਆਇਆ। ਔਰ ਉਹਨਾਂ ਨੂੰ ਭਾਵੇਂ ਛੋਟੇ ਮੋਟੇ ਅਹੁਦੇ ਸੀ, ਪਰ ਉਹਨਾਂ ਨੇ ਇਹ ਕਹਿ ਕੇ ਛੱਡੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਖੜ੍ਹਦੇ ਹਾਂ ਅਤੇ ਸਾਨੂੰ ਇਹਨਾਂ ਅਹੁਦਿਆਂ ਦੀ ਲੋੜ ਨਹੀਂ। ਜਦ ਕਿ ਦੂਸਰੇ ਪਾਸੇ ਸੱਚਾਈ ਇਹ ਵੀ ਕਿ ਜ਼ਿਆਦਾ ਸਿੱਖ ਭਾਈਚਾਰੇ ਨਾਲ ਸੰਬੰਧਿਤ ਨੇ ਜਿਹੜੇ ਭਾਜਪਾ ਦੇ ਜਿਹੜੇ ਆਗੂਆਂ ਨੇ ਅਹੁਦੇ ਛੱਡੇ ਨੇ। ਇਹ ਕੀ ਮਾਜਰਾ? ਦੇਖੋ, ਮੈਂ ਇਹਨੂੰ ਇਹ ਨਹੀਂ ਗਿਣਦਾ ਵੀ ਜਿਹੜੇ ਬੰਦਿਆਂ ਨੇ ਅਸਤੀਫੇ ਦਿੱਤੇ ਹੈ ਉਹਦੇ 'ਚ ਕੋਈ ਹਿੰਦੂ ਜਾਂ ਸਿੱਖ ਵਾਲੀ ਗੱਲ ਹੈ ਜੀ। ਉਹਦਾ ਮੁੱਖ ਕਾਰਨ ਇਹ ਹੈ ਕਿ ਜਿਹੜੇ ਬੰਦਿਆਂ ਨੇ ਅਸਤੀਫੇ ਦਿੱਤੇ ਹੈ ਉਹਦੇ 'ਚ ਆਪਾਂ ਨੂੰ ਸਿੱਖ ਜ਼ਿਆਦਾ ਦਿਸਦੇ ਹੈ। ਉਹ ਇਸ ਕਰਕੇ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਖੇਤੀ ਨਾਲ ਸੰਬੰਧਿਤ ਲੋਕ ਨੇ, ਕਿਸਾਨ ਨੇ, ਉਹ ਜ਼ਿਆਦਾਤਰ ਸਿੱਖ ਨੇ। ਬੜਾ ਥੋੜ੍ਹਾ ਇਲਾਕਾ ਹੈਗਾ ਜਿੱਥੇ ਹਿੰਦੂ ਭਾਈਚਾਰੇ ਦੇ ਬੰਦੇ ਖੇਤੀ ਜ਼ਿਆਦਾ ਹਿੱਸੇ 'ਚ ਕਰਦੇ ਹੋਣ ਜੀ। ਉਹਦੇ 'ਚ ਦੇਖੋ ਜਿਹੜੇ ਰਿਜ਼ਾਈਨ ਕਰਨ ਵਾਲੇ ਬੰਦੇ ਆ, ਸਭ ਤੋਂ ਪਹਿਲਾਂ ਤਾਂ ਮੇਨ ਆਇਆ ਸੀਗਾ ਮਲਵਿੰਦਰ ਸਿੰਘ ਕੰਗ ਦਾ ਨਾਂ, ਜੋ ਜਨਰਲ ਸੈਕਟਰੀ ਸੀ BJP ਪੰਜਾਬ ਦੇ, ਉਹਨਾਂ ਦਾ ਰੈਜ਼ਿਗਨੇਸ਼ਨ ਸੀ। ਹੁਣ ਕੱਲ੍ਹ ਪਰਸੋਂ ਹੀ ਆਇਆ ਹੈਗਾ ਇਹਨਾਂ ਦੇ ਯੂਥ BJP ਜਿਹੜਾ ਹੈ ਉਹਦੇ ਵੀ ਜਨਰਲ ਸੈਕਟਰੀ ਬੀਰਿੰਦਰ ਸਿੰਘ ਸੰਧੂ, ਉਹਨਾਂ ਨੇ ਵੀ ਰਿਜ਼ਾਈਨ ਦਿੱਤਾ। ਇਸੇ ਤਰ੍ਹਾਂ ਪਹਿਲਾਂ ਖਾਸ ਕਰਕੇ ਜੇ 3-4 ਇਕੱਠੇ ਬੰਦੇ ਆਏ ਸੀ ਫਿਰੋਜ਼ਪੁਰ ਦੇ ਵਿੱਚ, ਉਹਨਾਂ 'ਚ ਵੀ ਕਿਸਾਨ ਵਿੰਗ ਦੇ ਪ੍ਰਧਾਨ ਸੀ ਪੁਰਾਣਾ, ਆਪਣੇ ਉਹਨਾਂ ਦਾ ਨਾਮ ਸੀਗਾ ਕਿੱਕਰ ਸਿੰਘ। ਉਸੇ ਤਰ੍ਹਾਂ ਇੱਕ ਚਰਨਦੀਪ ਸਿੰਘ ਸੀਗੇ ਅਤੇ ਅੰਗਰੇਜ਼ ਸਿੰਘ ਸੀ, ਉਹਨਾਂ ਨੇ ਵੀ ਇਕੱਠੇ ਅਸਤੀਫੇ ਇਸੇ ਹਿਸਾਬ 'ਚ ਦਿੱਤੇ ਸੀਗੇ ਕਿ ਕਿਸਾਨੀ ਦੇ ਨਾਲ ਧੱਕਾ ਹੋ ਰਿਹਾ, ਸਾਨੂੰ ਇਹ ਠੀਕ ਨਹੀਂ ਲੱਗਦਾ, ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਦੇ। ਅਤੇ ਪਰ 100% ਇਹ ਵੀ ਨਹੀਂ ਹੈ, ਕੁਛ ਹਿੰਦੂ ਚਿਹਰੇ ਵੀ ਹੈਗੇ। ਜਿਸ ਤਰ੍ਹਾਂ ਅਬੋਹਰ ਦੇ ਵਿੱਚ 4 ਕਾਉਂਸਲਰ ਜੋ ਉੱਥੋਂ ਦੇ ਸੀਗੇ, ਸਿਟਿੰਗ ਕਾਉਂਸਲਰ ਹੀ ਕਹਿ ਲਓ ਕਿਉਂਕਿ ਹੁਣ ਇਲੈਕਸ਼ਨ ਤਾਂ ਹਜੇ ਕਾਉਂਸਲਾਂ ਦੀ ਨਹੀਂ ਹੋਈ, ਪਰ ਇਸ ਤੋਂ ਪਹਿਲਾਂ ਜਿਹੜੀ ਮਾਰਚ ਦੇ ਵਿੱਚ ਕਾਉਂਸਲਾਂ ਡਿਜ਼ੋਲਵ ਹੋਈਆਂ ਉਹਦੇ ਵਿੱਚ ਉਹ ਕਾਉਂਸਲਰ ਸੀਗੇ। ਉਹ 4 ਦੇ ਵਿੱਚੋਂ 3 ਜਿਹੜੇ ਸੀਗੇ ਉਹ ਹਿੰਦੂ ਸੀ। ਅਤੇ ਇਹ ਨਹੀਂ ਹੈ ਵੀ ਹਿੰਦੂ ਸਿੱਖ ਦਾ ਮਸਲਾ ਨਹੀਂ ਹੈ, ਮੇਨ ਮਸਲਾ ਇਹੀ ਹੈ ਵੀ ਜਿਹੜਾ ਕਿਸਾਨ ਹੈ ਉਹ ਜ਼ਿਆਦਾਤਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਸਿੱਖ ਹੈ। ਇਸੇ ਤਰ੍ਹਾਂ ਹੁਣ ਜਿਹੜਾ ਨਵਾਂ ਤੁਸੀਂ ਕੁਝ ਦਿਨ ਪਹਿਲਾਂ ਦੇਖਿਆ ਵੀ ਹੋਣਾ
ਕਿ ਜਿਹੜਾ ਕਿਸਾਨੀ ਦੇ ਵਿੱਚ ਇਹਨਾਂ ਦਾ ਵਿੰਗ ਹੈਗਾ, ਕਿਸਾਨ ਵਿੰਗ, ਉਹਦੇ ਸਾਬਕਾ ਪ੍ਰਧਾਨ ਸੀਗੇ ਸਵਰਨ ਸਿੰਘ ਜੀ। ਸਵਰਨ ਸਿੰਘ, ਉਹਨਾਂ ਨੇ ਬੜਾ ਵਧੀਆ ਬਿਆਨ ਦਿੱਤਾ, ਰਿਜ਼ਾਈਨ ਨਹੀਂ ਦਿੱਤਾ, ਪਰ ਉਹਨਾਂ ਨੇ ਕਿਹਾ ਕਿ ਕੇਂਦਰ ਦੇ ਨਾਲ ਮੈਂ ਵੀ ਇਹ ਗੱਲਬਾਤ ਸ਼ੁਰੂ ਕਰੂੰਗਾ ਅਤੇ ਉਹਨਾਂ ਨੂੰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਦੇ 'ਤੇ ਧਿਆਨ ਦੇਣਾ ਚਾਹੀਦਾ, MSP ਅਸ਼ੋਰ ਕਰਨੀ ਚਾਹੀਦੀ ਹੈ। ਬਹੁਤ ਜ਼ਰੂਰੀ ਗੱਲਾਂ ਨੇ। ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਕਿਸਾਨਾਂ ਦੇ ਮੁੱਦੇ 'ਤੇ ਅਜੇ ਕੁਝ ਗੱਲਬਾਤ ਬਾਕੀ ਹੈ ਅਤੇ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਅਹਿਮ ਮੁੱਦੇ ਬਾਕੀ ਨੇ। ਸਵਾਗਤ ਕਰਦੇ ਹਾਂ ਜੀ ਇੱਕ ਵਾਰੀ ਫੇਰ ਵਿਚਾਰ ਚਰਚਾ ਪ੍ਰੋਗਰਾਮ ਵਿੱਚ। ਗਰੇਵਾਲ ਸਾਹਿਬ, ਪੰਜਾਬ ਦੇ ਕਿਸਾਨਾਂ ਦੇ ਮੁੱਦੇ ਚੱਲ ਰਹੇ ਨੇ। ਇੱਕ ਤੋਂ ਗੱਲਾਂ ਥੋੜ੍ਹੀਆਂ ਹੋਰ ਵੀ ਹੋਈਆਂ ਨੇ ਕੁਛ। ਸ਼ੰਭੂ ਬਾਰਡਰ 'ਤੇ ਜੋ ਮੋਰਚਾ ਲੱਗਾ ਹੋਇਆ ਹੈ ਉਸ ਬਾਰੇ ਕਾਂਗਰਸ ਦੇ MP ਜਿਹੜੇ ਨੇ ਰਵਨੀਤ ਸਿੰਘ ਬਿੱਟੂ, ਉਹਨਾਂ ਨੇ ਗੱਲ ਆਖੀ ਹੈ ਕਿ ਇਹ ਮੋਰਚਾ ਜਿਹੜਾ ਹੈ ਇਹ ਕਿਸਾਨਾਂ ਦਾ ਘੱਟ ਹੈ ਅਤੇ ਇਸ ਵਿੱਚ ਖਾਲਿਸਤਾਨ ਪੱਖੀ ਲੋਕ ਜਿਹੜੇ ਨੇ ਉਹ ਬਹੁਤੇ ਨੇ ਅਤੇ ਉੱਥੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਜਿਹੜੇ ਨੇ ਸ਼ਰੇਆਮ ਲਾਏ ਜਾਂਦੇ ਨੇ। ਅਤੇ ਉਹਨਾਂ ਨੇ ਹਾਲਾਂਕਿ ਇੰਨੀ ਗੱਲ ਹੀ ਕੀਤੀ ਹੈ, ਇਹ ਸਰਕਾਰ ਤੇ ਉਹਨਾਂ ਦੀ ਪਾਰਟੀ ਦੀ ਹੈ ਪੰਜਾਬ ਦੇ ਵਿੱਚ। ਉੱਥੇ ਮੇਰੇ ਖਿਆਲ ਪੁਲਿਸ ਵੀ ਮੌਜੂਦ ਰਹਿੰਦੀ ਹੋਵੇਗੀ। ਅਗਰ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੈ ਜਾਂ ਕੋਈ ਇਹੋ ਜਿਹੇ ਅਨਸਰ ਉੱਥੇ ਮੌਜੂਦ ਨੇ ਜੋ ਸਰਕਾਰ ਦੀ ਨਿਗਾਹ ਦੇ ਵਿੱਚ ਉਹ ਸਹੀ ਨਹੀਂ ਨੇ, ਅਤੇ ਫਿਰ ਸਰਕਾਰ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ। ਇਸ ਤਰ੍ਹਾਂ ਬਿਆਨ ਦੇਣ ਦਾ ਕੀ ਮਤਲਬ ਹੋਇਆ? ਇਹਦੇ 'ਚ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੇ ਉੱਥੇ ਮੋਰਚੇ ਨੂੰ ਚਲਾ ਰਹੇ ਆ ਸ਼ੰਭੂ, ਦੀਪ ਸਿੱਧੂ, ਉਹਨਾਂ ਨੇ ਇਸ ਗੱਲ ਨੂੰ ਬੜਾ ਸਪਸ਼ਟ ਕੀਤਾ ਹੈ ਵੀ ਅਸੀਂ ਜਿਹੜਾ ਮੋਰਚਾ ਚਲਾ ਰਹੇ ਹਾਂ, ਅਸੀਂ ਥੋੜ੍ਹਾ ਜਿਹਾ ਕਿਸਾਨੀ ਮੁੱਦਿਆਂ ਨੂੰ ਅੱਗੇ ਲੈ ਕੇ ਚੱਲਦੇ ਹਾਂ ਜੀ। ਵੀ ਇੱਕ ਤਾਂ ਹੈ ਵੀ ਇਹ ਮੁੱਦੇ ਇਸ ਗੱਲ 'ਤੇ ਆ ਵੀ ਬਿੱਲ ਗਲਤ ਬਣੇ ਹੋਏ ਆ ਜੀ। ਦੂਸਰੀ ਉਸ ਤੋਂ ਅੱਗੇ ਗੱਲ ਇਹ ਆ ਕਿ ਇਹ ਜਿਹੜਾ ਫੈਡਰਲ ਢਾਂਚਾ ਹੈ ਉਹਦੇ ਉਲਟ ਹੈ ਜਿਹੜੇ ਬਿੱਲ ਬਣਾਉਣ ਦਾ ਢੰਗ ਹੈ। ਉਹ ਕਹਿੰਦੇ ਆ ਵੀ ਮੁੱਦੇ ਨੂੰ ਸਾਨੂੰ ਬੇਸ ਤੋਂ ਲੈ ਕੇ ਚੱਲਣਾ ਚਾਹੀਦਾ, ਵੀ ਕਿਸਾਨੀ ਬਿੱਲਾਂ ਤੋਂ ਅੱਗੇ ਚੱਲਣਾ ਚਾਹੀਦਾ, ਵੀ ਫੈਡਰਲਿਜ਼ਮ ਦਾ ਜਿਹੜਾ ਬੇਸ ਹੈ ਉਹ ਟੁੱਟ ਰਿਹਾ ਹੈ। ਉਸ ਚੀਜ਼ 'ਤੇ ਉਹਨਾਂ ਦਾ ਜ਼ਿਆਦਾ ਸਟੈਂਡ ਹੈ ਵੀ ਇਹਨੂੰ ਥੱਲਿਓਂ ਲੈ ਕੇ ਗੱਲ ਨੂੰ ਚੱਲੋ, ਵੀ ਬੇਸ ਮਜ਼ਬੂਤ ਹੋਵੇ। ਫੈਡਰਲ ਢਾਂਚੇ ਬਾਰੇ ਵੀ ਅਸੀਂ ਨਾਲ ਸੋਚੀਏ ਵੀ ਇਹਨੂੰ ਮਜ਼ਬੂਤ ਕਰਨਾ ਹੈ। ਰਹੀ ਗੱਲ ਜਿਹੜੀ ਖਾਲਿਸਤਾਨ ਦੇ ਨਾਅਰਿਆਂ ਦੀ ਹੈ, ਉਹ ਵੀ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਇਹ ਜਿਹੜਾ ਹੈਗਾ ਕੋਈ ਵੀ ਉੱਥੇ ਵਿਅਕਤੀ ਜਿਹੜਾ ਆਉਂਦਾ ਹੈ ਉਹਦੇ ਨਿੱਜੀ ਵਿਚਾਰ ਕੁਝ ਵੀ ਹੋ ਸਕਦੇ ਆ, ਉਹਨੂੰ ਕੰਟਰੋਲ ਜਿਹੜਾ ਮੋਰਚਾ ਚਲਾਉਣ ਵਾਲਾ ਕਿਸੇ ਦੇ ਸੋਚ ਨੂੰ ਨਹੀਂ ਕਰ ਸਕਦਾ। ਉਹ ਉਹਨਾਂ ਦੇ ਆਪਣੇ ਨਿੱਜੀ ਵਿਚਾਰ ਨੇ ਅਤੇ ਕੋਈ ਬੰਦਾ ਖਾਲਿਸਤਾਨੀ ਪੱਖੀ ਵੀ ਹੋ ਸਕਦਾ, ਕੋਈ ਉਸ ਦੇ ਉਲਟ ਵੀ ਹੋ ਸਕਦਾ, ਅਤੇ ਜਿਸ ਬੰਦੇ ਦੀ ਜੋ ਵਿਚਾਰਧਾਰਾ ਹੈ ਉਹਦੇ ਮੁਤਾਬਕ ਉਹ ਐਕਟ ਕਰਦਾ। ਸਾਡਾ ਉਹਦੇ 'ਚ ਕੋਈ ਰੋਲ ਨਹੀਂ ਹੈ। ਦੂਸਰੀ ਗੱਲ ਇਹ ਹੈ ਵੀ ਜਿਹੜਾ ਆਪਾਂ ਗੱਲ ਕਰਦੇ ਵੀ ਸਰਕਾਰ ਨੇ ਉਹਦੇ 'ਤੇ ਕੋਈ ਐਕਸ਼ਨ ਨਹੀਂ ਲਿਆ। ਜਿਹੜਾ ਖਾਲਿਸਤਾਨ ਦਾ ਨਾਅਰਾ ਲਾਉਣਾ ਹੈ, ਇਹ ਸਾਡੀਆਂ ਕੋਰਟਸ ਵੱਲੋਂ ਬੜਾ ਕਲੀਅਰ ਕੀਤਾ ਗਿਆ ਪਹਿਲਾਂ ਹੀ ਵੀ ਇਸ ਤਰ੍ਹਾਂ ਦਾ ਨਾਅਰਾ ਲਾਉਣਾ ਆਪਣੇ ਆਪ ਦੇ ਵਿੱਚ ਕੋਈ ਓਫੈਂਸ ਨਹੀਂ ਹੈ ਜੀ। ਜਿੰਨਾ ਚਿਰ ਉਸ ਨਾਅਰੇ ਦੇ ਮਗਰ ਲੱਗ ਕੇ ਉਹਦੇ ਪ੍ਰਭਾਵ ਦੇ ਨਾਲ ਕੋਈ ਵਾਇਲੈਂਸ ਨਹੀਂ ਹੁੰਦੀ ਜੀ। ਅਤੇ ਉਸ ਨਾਅਰੇ ਨਾਲ ਉੱਥੇ ਵੀ ਕੋਈ ਵਾਇਲੈਂਸ ਨਹੀਂ ਹੋਈ ਜੀ। ਨਾਅਰਾ ਲੱਗਿਆ, ਉਹ ਕੋਈ ਕਾਨੂੰਨੀ ਦਾਇਰੇ 'ਚ ਨਹੀਂ ਆਉਂਦਾ। ਨਾਅਰਾ ਲਾਉਣਾ ਹਰੇਕ ਬੰਦੇ ਦਾ ਹੱਕ ਹੈ, ਉਹ ਕੁਝ ਵੀ ਲਾ ਸਕਦਾ ਜੀ। ਉਹਦੇ ਨਾਲ ਜਦ ਤੱਕ ਵਾਇਲੈਂਸ ਨਹੀਂ ਹੁੰਦੀ ਉਹਨਾਂ ਚਿਰ ਇਹਦੇ 'ਚ ਕੋਈ ਕਾਨੂੰਨ ਦੀ ਧਾਰਾ ਦੇ ਥੱਲੇ ਉਹ ਨਹੀਂ ਆਉਂਦਾ। ਇਹ ਚੀਜ਼ਾਂ ਬਿੱਟੂ ਵਰਗਿਆਂ ਨੂੰ ਜਾਂ ਹੋਰ ਸਾਰੇ ਸਾਡੇ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਜੇ ਕਿਸਾਨ ਅੰਦੋਲਨ ਦੀ ਹਮਾਇਤ ਹੋ ਰਹੀ ਹੈ ਤਾਂ ਉਹ ਸਾਰੇ ਸੋਚ ਵਾਲੇ ਬੰਦਿਆਂ ਵੱਲੋਂ ਹੋ ਰਹੀ ਹੈ, ਕਿਸੇ ਇੱਕ ਵੱਲੋਂ ਨਹੀਂ ਹੋ ਰਹੀ। ਬਿਲਕੁਲ। ਅਤੇ ਜਿਹੜਾ ਕਿਸਾਨ ਪੱਖੀ ਬੰਦਾ ਹੈ ਉਹਨੂੰ ਤਾਂ ਇਹੀ ਸੋਚਣਾ ਚਾਹੀਦਾ ਹੈ ਕਿ ਕਿਸਾਨ ਅੰਦੋਲਨ ਦੀ ਸਪੋਰਟ ਹੋਵੇ, ਕਿਸੇ ਵੀ ਪਾਸਿਓਂ ਹੋਵੇ, ਉਹਦੀ ਬਾਕੀ ਸੋਚ ਨੂੰ ਸਾਨੂੰ ਨਹੀਂ ਸੋਚਣਾ ਚਾਹੀਦਾ। ਜੋ ਮਿਨੀਮਮ ਉਹਦੀ ਇੱਕ ਸੋਚ ਹੈ ਉਸ ਨੂੰ ਲੈ ਕੇ ਅੱਗੇ ਚੱਲਣਾ ਚਾਹੀਦਾ। ਵੀ ਸਿੰਗਲ ਪੁਆਇੰਟ ਸਾਡਾ ਪ੍ਰੋਗਰਾਮ ਇਹ ਹੈਗਾ ਵੀ ਜਿਹੜਾ ਕਿਸਾਨੀ ਪੱਖ ਹੈ ਉਹਦੀ ਹਮਾਇਤ ਕੀਤੀ ਜਾਵੇ। ਗਰੇਵਾਲ ਸਾਹਿਬ, ਇਹ ਜਿਹੜਾ ਕਿਸਾਨੀ ਸੰਕਟ ਇਸ ਵੇਲੇ ਛਾਇਆ ਹੋਇਆ, ਇਸ ਨੂੰ ਅਖੀਰ ਦੇ ਵਿੱਚ ਸੁਲਝਾਉਣ ਵਾਸਤੇ ਟੇਬਲ 'ਤੇ ਬੈਠਣਾ ਪਵੇਗਾ, ਗੱਲਬਾਤ ਹੋਵੇਗੀ। ਸਰਕਾਰ, ਕੇਂਦਰ ਸਰਕਾਰ ਇਸ ਲਈ ਰਾਜੀ ਨਹੀਂ ਅਜੇ ਤੱਕ ਹੋ ਰਹੀ ਔਰ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਕੋਈ ਖਾਸ ਪੇਸ਼ਕਸ਼ ਉਹਨਾਂ ਵੱਲੋਂ ਹੈ ਨਹੀਂ। ਜੇ ਕਿਸਾਨ ਗਏ ਵੀ ਤਾਂ ਉਹਨਾਂ ਨੂੰ ਬੇਰੰਗ ਵਾਪਸ ਪਰਤਣਾ ਪਿਆ। ਰਾਸ਼ਟਰਪਤੀ ਨਾਲ ਮੁਲਾਕਾਤ ਦੀ ਗੱਲਬਾਤ ਜਿਹੜੀ ਹੈ ਵਿੱਚ ਵਿਚਾਲੇ ਚੱਲ ਰਹੀ ਹੈ। ਉੱਥੇ ਕੌਣ ਕੌਣ ਜਾ ਰਿਹਾ ਹੈ, ਕੀ ਉਹ ਮੁਲਾਕਾਤ ਹੋ ਵੀ ਰਹੀ ਹੈ ਰਾਸ਼ਟਰਪਤੀ ਦੇ ਨਾਲ ਕਿ ਨਹੀਂ? ਜਿਹੜੀ ਹੁਣ ਤੱਕ ਕੈਪਟਨ ਸਾਹਿਬ ਵੱਲੋਂ ਗੱਲ ਕਹੀ ਗਈ ਹੈ, ਕੈਪਟਨ ਅਮਰਿੰਦਰ ਸਿੰਘ ਵੱਲੋਂ, ਕਿ 4 ਤਰੀਕ ਦਾ ਉਹ ਪ੍ਰੋਗਰਾਮ ਬਣਾ ਰਹੇ ਆ ਪ੍ਰੈਜ਼ੀਡੈਂਟ ਨੂੰ ਮਿਲਣ ਦਾ, ਪਰ ਇਹ ਹਜੇ ਕਿੰਨੇ ਕੁ ਬੰਦੇ ਨਾਲ ਜਾਂਦੇ ਆ ਉਹਦੇ ਬਾਰੇ ਕਲੈਰਿਟੀ ਨਹੀਂ ਹੈ। ਕਿਉਂਕਿ ਪੋਲੀਟੀਕਲ ਪਾਰਟੀਜ਼ ਨੇ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਵੀ ਆਪਣਾ ਆਪਣਾ ਫਾਇਦਾ ਸੋਚਣਾ ਸ਼ੁਰੂ ਕੀਤਾ ਹੋਇਆ ਹੈ। ਆਮ ਆਦਮੀ ਪਾਰਟੀ ਨੇ ਤਾਂ ਬੜਾ ਸਪਸ਼ਟ ਕਹਿ ਹੀ ਦਿੱਤਾ ਹੈਗਾ, ਹਰਪਾਲ ਸਿੰਘ ਚੀਮਾ ਨੇ, ਕਿ ਅਸੀਂ ਨਾਲ ਨਹੀਂ ਜਾਵਾਂਗੇ, ਕਿਉਂਕਿ ਉਹ ਇਹ ਸੋਚਦੇ ਆ ਵੀ ਇਹ ਜਿਹੜਾ ਹੋ ਰਿਹਾ ਇਹ ਕੈਪਟਨ ਸਾਹਿਬ ਵੱਲੋਂ ਇੱਕ ਡਰਾਮਾ ਕੀਤਾ ਜਾ ਰਿਹਾ ਆਪਣੇ ਆਪ ਨੂੰ ਕਿਸਾਨ ਪੱਖੀ ਦਿਖਾਉਣ ਦੇ ਲਈ। ਵੀ ਜਿਹੜੀ ਇਹਦੀ ਸਿੰਸੈਰਿਟੀ ਹੈ ਉਹ ਕਹਿੰਦੇ ਵੀ ਇਹ ਵੀ ਲੈਕ ਕਰਦੇ ਆ, ਇਹਨਾਂ ਦੇ ਵਿੱਚੋਂ ਨਿਕਲਣਾ ਕੁਛ ਨਹੀਂ ਗਾ।
ਤੇ ਹਜੇ ਗਵਰਨਰ ਨੇ ਵੀ ਦਸਤਖਤ ਨਹੀਂ ਕੀਤੇ, ਇਸ ਲਈ ਗਾਹਾਂ ਜਾਣ ਦੀ ਹਜੇ ਕੋਈ ਅਹਿਮੀਅਤ ਹੀ ਨਹੀਂ ਬਣਦੀ। ਇਹ ਚੀਜ਼ਾਂ ਕਹਿ ਕੇ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਨਾਲ ਨਹੀਂ ਜਾਵਾਂਗੇ, ਅਸੀਂ ਕਿਸਾਨਾਂ ਦੇ ਪ੍ਰਤੀ ਜਾਂ ਪੰਜਾਬ ਦੀ ਡਿਵੈਲਪਮੈਂਟ ਪ੍ਰਤੀ ਜਿਹੜੀ ਵੀ ਕੋਈ ਗੱਲ ਹੋਵੇ ਅਸੀਂ ਕੈਪਟਨ ਸਾਹਿਬ ਦੇ ਪੂਰੇ ਨਾਲ ਹੈ, ਪੂਰਾ ਸਾਥ ਦਿੰਦੇ ਆ, ਪਰ ਡਰਾਮੇਬਾਜ਼ੀ ਦੇ ਵਿੱਚ ਅਸੀਂ ਸਾਥ ਨਹੀਂ ਦਿੰਦੇ। ਇਸੇ ਤਰ੍ਹਾਂ ਹਜੇ ਬਾਕੀ ਪਾਰਟੀਆਂ ਦਾ ਵੀ ਕੁਝ ਪਤਾ ਨਹੀਂਗਾ ਕਿਸ ਤਰੀਕੇ ਦੇ ਨਾਲ ਜਾਂਦੇ ਆ ਜਾਂ ਨਹੀਂ ਜਾਂਦੇ। ਓਪਨਲੀ ਹਜੇ ਬਹੁਤ ਖੁੱਲ੍ਹ ਕੇ ਕਿਸੇ ਨੇ ਨੂੰ ਕਲੀਅਰ ਨਹੀਂ ਕੀਤਾ। ਬੈਂਸ ਭਰਾਵਾਂ ਦਾ ਸੰਭਾਵਨਾ ਹੈਗੀ ਕਿ ਉਹ ਨਾਲ ਜਾਣਗੇ। ਅੱਛਾ ਜੀ। ਕਿਉਂਕਿ ਉਹਨਾਂ ਨੇ ਇਹੋ ਜਿਹੀ ਕੋਈ ਨਾਂ ਵਾਲੀ ਗੱਲ ਨਹੀਂ ਕੀਤੀ। ਬਾਕੀ ਕਾਰਨ ਸਭ ਦਾ ਉਹੀ ਹੈ, ਹਰੇਕ ਦੀ ਆਪਣੀ ਆਪਣੀ ਸੋਚ ਹੈ ਵੀ ਸਾਨੂੰ ਇਹਦੇ 'ਚੋਂ ਕਿਵੇਂ ਬੈਨੀਫਿਟ ਮਿਲ ਸਕਦਾ ਹੈ। ਦੂਜੀ ਗੱਲ ਜਿਹੜੀ ਸਰਕਾਰ ਦੇ ਮੰਨਣ ਵਾਲੀ ਹੈ ਉਹ ਬਹੁਤ ਔਖੇ ਮੰਨਣਗੇ, ਅਤੇ ਇਹ 5 ਤਰੀਕ ਤੋਂ ਬਾਅਦ ਪਤਾ ਲੱਗੂਗਾ 5 ਤਰੀਕ ਦਾ ਬੰਦ ਕਿੰਨਾ ਕੁ ਕਾਮਯਾਬ ਹੁੰਦਾ ਹੈ। ਉਸ ਤੋਂ ਅੱਗੇ ਜਿਵੇਂ ਆਪਾਂ ਗੱਲ ਕੀਤੀ ਸੀ 26-27 ਦਾ ਜਿਹੜਾ ਦਿੱਲੀ ਦਾ ਇਹਨਾਂ ਦਾ ਪ੍ਰੋਗਰਾਮ ਹੈ, ਉਹ ਵੀ ਬੜੀ ਵੱਡੀ ਗੱਲ ਹੈ। ਜਿਵੇਂ ਪਹਿਲਾਂ 1988 ਦੀ ਆਪਾਂ ਗੱਲ ਕਰ ਰਹੇ ਸੀ, ਉਸ ਵਕਤ ਜਿਹੜਾ 5 ਲੱਖ ਦਾ ਇਕੱਠ ਜਦੋਂ ਦਿੱਲੀ 'ਚ ਹੋਇਆ ਸੀ, ਤਾਂ ਪਹਿਲਾਂ ਰਾਜੀਵ ਗਾਂਧੀ ਸਰਕਾਰ ਵੀ ਇਹਨਾਂ ਗੱਲਾਂ ਨੂੰ ਮੰਨਣ ਨੂੰ ਤਿਆਰ ਨਹੀਂ ਸੀ। ਜਿਵੇਂ ਗੰਨੇ ਦੇ ਭਾਅ ਦੀ ਗੱਲ ਸੀ ਜਾਂ ਬਿਜਲੀ ਪਾਣੀ ਦੇ ਰੇਟਾਂ ਦੀ ਗੱਲ ਸੀ, ਅਖੀਰ ਨੂੰ ਸਾਰੀਆਂ ਮੰਗਾਂ ਜਿਹੜੀਆਂ ਸੀ ਕਿਸਾਨਾਂ ਦੀਆਂ ਮੰਨਣੀਆਂ ਪਈਆਂ ਸੀ। ਹੁਣ ਵੀ ਹਾਲਾਤ ਉਹੋ ਜਿਹੇ ਬਣ ਰਹੇ ਆ। ਦੂਜੀ ਗੱਲ ਹੈ ਕਿ ਇਹ ਜਿਹੜੇ ਹਾਲਾਤ ਨੇ ਉਹ ਹਾਲਾਤ ਇਸ ਤਰ੍ਹਾਂ ਬਾਕੀ ਗੱਲਾਂ ਦੀ ਜੇ ਦੇਖੀਏ ਮੁਲਕ ਦੇ ਇਕਨੋਮਿਕ ਅਤੇ ਹੋਰ, ਉਹ ਵੀ ਸਾਰੇ ਬਹੁਤ ਥੱਲੇ ਹੋਏ ਆ। ਉਹਨਾਂ ਹਾਲਾਤਾਂ ਦੇ ਵਿੱਚ ਸਹੀ ਸੋਚ ਨੂੰ ਜੇ ਅਪਣਾਇਆ ਜਾਵੇ ਤਾਂ ਕੇਂਦਰ ਸਰਕਾਰ ਵੱਲੋਂ ਇਹ ਜਿਹੜੀ ਸੰਘਰਸ਼ ਹੈ ਇਹਨੂੰ ਬਹੁਤ ਲੰਬੇ ਸਮੇਂ ਲਈ ਚਲਾਉਣਾ ਮੁਲਕ ਦੇ ਹੱਕ 'ਚ ਨਹੀਂ ਹੋ ਸਕਦਾ ਕਦੇ ਵੀ। ਇਹ ਇਹਨਾਂ ਨੂੰ ਸੋਚ ਕੇ ਉਹਦੇ ਬਾਰੇ ਫੈਸਲਾ ਕਰਨਾ ਚਾਹੀਦਾ, ਅਤੇ ਅੱਗੇ ਦੇਖੋ ਹੁਣ ਇਹ ਕੀ ਕਰਦੇ ਆ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਗਰੇਵਾਲ ਸਾਹਿਬ, ਅਕਤੂਬਰ ਮਹੀਨੇ ਦੇ ਅੱਧ ਤੋਂ ਬਾਅਦ ਅਤੇ ਨਵੰਬਰ ਮਹੀਨੇ ਦਾ ਪਹਿਲਾ ਅੱਧ ਜਿਹੜਾ ਹੈ, ਇਹਨਾਂ ਦਿਨਾਂ ਦੇ ਵਿੱਚ ਪੋਲੂਸ਼ਨ ਦਾ ਬੜਾ ਰੌਲਾ ਪੈਂਦਾ ਔਰ ਦਿੱਲੀ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਪੈਂਦਾ। ਕਿਸਾਨ ਉੱਥੇ ਜਾਣਗੇ ਕਿ ਨਹੀਂ, ਰਾਜਨੀਤਿਕ ਪਾਰਟੀਆਂ ਉੱਥੇ ਜਾਣਗੀਆਂ ਕਿ ਨਹੀਂ ਰਾਸ਼ਟਰਪਤੀ ਨੂੰ ਮਿਲਣ, ਪਰ ਧੂੰਆਂ ਕਹਿੰਦੇ ਪੰਜਾਬ ਦਾ ਬੜੀ ਛੇਤੀ ਪਹੁੰਚ ਜਾਂਦਾ ਹੈ ਅਤੇ ਹਰਿਆਣੇ ਦਾ ਧੂੰਆਂ ਪਤਾ ਨਹੀਂ ਕਿਤੇ ਹੋਰ ਪਾਸੇ ਨੂੰ ਨਿਕਲ ਜਾਂਦਾ। ਕਾਨੂੰਨ ਵੀ ਲਿਆਂਦਾ ਹੈ ਕੇਂਦਰ ਸਰਕਾਰ ਨੇ। ਪਰਾਲੀ ਦੇ ਧੂੰਏਂ ਬਾਰੇ ਖੋਜ ਅਧਿਐਨ ਜਿਹੜੇ ਨੇ ਆਉਂਦੇ ਰਹਿੰਦੇ ਨੇ। ਦੀਵਾਲੀ ਅਤੇ ਹੋਰ ਤਿਉਹਾਰ ਜਿਹੜੇ ਇਹਨਾਂ ਦਿਨਾਂ ਵਿੱਚ ਮਨਾਏ ਜਾਂਦੇ ਨੇ, ਉਹਨਾਂ ਦੇ ਮੌਕੇ 'ਤੇ ਚਲਾਏ ਜਾ ਰਹੇ ਪਟਾਕਿਆਂ ਦੇ ਧੂੰਏਂ ਦੀ ਵੀ ਗੱਲ ਛਿੜਦੀ ਹੈ। ਨਾਸਾ ਦੀਆਂ ਫੋਟੋਆਂ ਵੀ ਆ ਜਾਂਦੀਆਂ ਨੇ, ਪ੍ਰਦੂਸ਼ਣ ਦੇ ਪੱਧਰ ਜਿਹੜੇ ਨੇ ਚੈੱਕ ਕੀਤੇ ਜਾਂਦੇ ਨੇ। ਅਤੇ ਹੁਣ ਪਰਾਲੀ ਦੇ ਧੂੰਏਂ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕੋਈ ਖੋਜ ਜਿਹੜੀ ਇੱਕ ਵੱਖਰੀ ਕੁਝ ਅੰਕੜੇ ਲੈ ਕੇ ਆਈ ਆ। ਉਹ ਖੋਜ ਕੀ ਹੈ? ਜਿਹੜੀ ਗੱਲ ਹੈਗੀ ਪਰਾਲੀ ਦੇ ਧੂੰਏਂ ਬਾਰੇ ਜੀ, ਇਹ ਰੌਲਾ ਤਾਂ ਬਹੁਤ ਦੇਰ ਤੋਂ ਪਾਈ ਜਾਂਦੇ ਆ ਕਿ ਦਿੱਲੀ ਦੇ ਵਿੱਚ ਜਿਹੜਾ ਅਸਰ ਹੈ ਇਹਦਾ ਪੋਲਿਊਸ਼ਨ ਦਾ, ਇਹ ਪੰਜਾਬ ਦੇ ਵਿੱਚ ਅਤੇ ਹਰਿਆਣੇ ਦੇ ਵਿੱਚ ਪਰਾਲੀ ਸਾੜਨ ਨਾਲ ਬਹੁਤ ਵੱਧ ਹੈ ਜੀ। ਪਰ ਜਿਹੜੀ ਹੁਣ PAU ਦੀ ਰਿਸਰਚ ਆਈ ਹੈ ਉਹਨੇ ਬਿਲਕੁਲ ਇਸ ਨੂੰ ਗਲਤ ਸਾਬਤ ਕਰਤਾ ਹੈ ਜੀ। ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਡਾਕਟਰ ਪ੍ਰਭਜੋਤ ਕੌਰ, ਉਹ 2012 ਤੋਂ ਤਕਰੀਬਨ 8 ਸਾਲ ਤੋਂ ਇਸ ਚੀਜ਼ ਦਾ ਅਧਿਐਨ ਕਰ ਰਹੇ ਸੀ। ਬੜੀ ਡੂੰਘਾਈ ਦੇ ਵਿੱਚ ਉਹਨਾਂ ਨੇ ਅਧਿਐਨ ਕੀਤਾ, ਅਤੇ ਹੁਣ ਜਿਹੜੀ ਇਹ ਰਿਪੋਰਟ ਹੈ ਇਹ 3 ਸਾਲਾਂ ਦੀ ਜਿਹੜੀ ਉਹਨਾਂ ਦੀ ਸਟੱਡੀ ਹੈ ਉਹਦੇ 'ਤੇ ਆਧਾਰਿਤ ਹੈ। 2017, 18 ਅਤੇ 19 3 ਸਾਲ ਦੀ ਉਹਨਾਂ ਨੇ ਪੂਰੀ ਰਿਸਰਚ ਕੀਤੀ ਹੈ। ਉਹਦੇ 'ਚ ਵਿੰਡ ਡਾਇਰੈਕਸ਼ਨ ਅਤੇ ਵਿੰਡ ਸਪੀਡ ਦੋ ਚੀਜ਼ਾਂ ਨੂੰ ਉਹਨਾਂ ਨੇ ਮੇਨ ਜਿਹੜਾ ਉਹਦੇ 'ਚ ਰੱਖਿਆ ਹੈਗਾ ਆਪਣੀ ਸਟੱਡੀ ਦੇ ਵਿੱਚ ਜੀ। ਉਹਨਾਂ ਦਾ ਪਹਿਲਾਂ ਤਾਂ ਕਹਿਣਾ ਇਹ ਹੈ ਕਿ ਜੇ ਇੱਧਰੋਂ ਵਿੰਡ ਜਿਹੜੀ ਹੈਗੀ ਉਹ ਦਿੱਲੀ ਵਾਲੇ ਪਾਸੇ ਨੂੰ ਚੱਲਦੀ ਹੈ, ਜਿਹੜਾ ਨਾਰਥ ਵੈਸਟ ਵੱਲੋਂ ਚੱਲਦੀ ਹੈ, ਉਹ ਹਵਾ 5 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਤੋਂ ਉੱਪਰ ਜੇ ਚੱਲੂਗੀ ਤਾਂ ਜਿਹੜਾ ਧੂੰਆਂ ਹੈਗਾ ਇੱਧਰਲਾ ਪੰਜਾਬ ਦਾ ਉਹ ਦਿੱਲੀ ਪਹੁੰਚ ਸਕਦਾ 300 ਕਿਲੋਮੀਟਰ ਦੇ ਕਰੀਬ ਦਾ ਸਫ਼ਰ ਤੈਅ ਕਰਕੇ। ਅੱਛਾ ਜੀ। ਪਰ ਉਹਨਾਂ ਦਾ ਅਧਿਐਨ ਕੀਤਾ ਹੋਇਆ 77 ਦਿਨ ਦਾ, ਹਰ ਸਾਲ 77 ਦਿਨ ਨੂੰ ਉਹਨਾਂ ਨੇ ਸਪੈਸੀਫਿਕਲੀ ਨੋਟ ਕੀਤਾ। ਅੱਛਾ ਜੀ। 1 ਅਕਤੂਬਰ ਤੋਂ ਲੈ ਕੇ 16 ਦਸੰਬਰ ਤੱਕ, ਕਿਉਂਕਿ ਇਹੀ ਜਿਹੜਾ ਮੇਨ ਮੌਸਮ ਹੈ ਜਿਹਦੇ 'ਚ ਦਿੱਲੀ 'ਚ ਇਹ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜੀ। ਉਹ ਕਹਿੰਦੇ ਵੀ ਇਹ 3 ਸਾਲਾਂ ਦੇ ਵਿੱਚ, ਇਹ 77 ਦਿਨਾਂ ਦੇ ਵਿੱਚ ਕਦੇ ਵੀ ਜਿਹੜੀ ਵਿੰਡ ਸਪੀਡ ਹੈ ਉਹ 5 ਕਿਲੋਮੀਟਰ ਪਰ ਆਵਰ ਤੋਂ ਉੱਤੇ ਨਹੀਂ ਹੁੰਦੀ। ਸਿਰਫ 2019 ਦੇ ਵਿੱਚ ਨਵੰਬਰ 'ਚ ਇੱਕ ਦਿਨ ਉਹ ਦੇਖੀ ਗਈ ਹੈ ਵੀ ਇਹ ਸਪੀਡ ਜਿਹੜੀ ਹੈ ਇਹਦੇ ਤੋਂ ਉੱਤੇ ਸੀਗੀ, ਉਦੋਂ 5.9 ਕਿਲੋਮੀਟਰ ਪਰ ਆਵਰ ਸੀਗੀ। ਕਿਉਂਕਿ ਇਹ ਜਿਹੜਾ ਮੌਸਮ ਹੈ ਕਾਫੀ ਸ਼ਾਂਤ ਹੈ, ਇਹਦੇ 'ਚ ਕੋਈ ਜ਼ਿਆਦਾ ਹਨੇਰੀਆਂ ਜਾਂ ਤੇਜ਼ ਹਵਾਵਾਂ ਨਹੀਂ ਵਗਦੀਆਂ ਜੀ। ਮੌਨਸੂਨ ਵੀ ਜਿਹੜੀ ਹੈਗੀ ਉਹ ਰਿਟਰੀਟ ਹੋ ਚੁੱਕੀ ਹੁੰਦੀ ਹੈ, ਬੜੀਆਂ ਸ਼ਾਂਤ ਹਵਾਵਾਂ ਹੁੰਦੀਆਂ ਨੇ। ਉਹ ਇੱਕ ਦਿਨ ਜਿਹੜੀ ਹਵਾ ਚੱਲੀ ਹੈ ਉਹਦੀ ਵੀ ਡਾਇਰੈਕਸ਼ਨ ਇੱਧਰੋਂ ਪੁੱਠੇ ਪਾਸੇ ਨੂੰ ਸੀਗੀ, ਦਿੱਲੀ ਵਾਲੇ ਪਾਸੇ ਨੂੰ ਨਹੀਂ ਸੀ। ਇਸ ਕਰਕੇ ਉਹ ਕਹਿੰਦੇ ਵੀ ਇਹਦੇ 'ਚ ਜਿਹੜਾ ਬਿਲਕੁਲ ਵੀ ਸੰਭਾਵਨਾ ਨਹੀਂ ਹੈਗੀ ਵੀ ਜਿਹੜਾ ਪੰਜਾਬ ਦਾ ਧੂੰਆਂ ਦਿੱਲੀ ਪਹੁੰਚ ਸਕਦਾ ਹੋਵੇ। ਜਿਹੜਾ ਪੰਜਾਬ ਦਾ ਧੂੰਆਂ ਹੈ ਜ਼ਿਆਦਾਤਰ ਪੰਜਾਬ ਦੇ ਵਿੱਚ ਹੀ ਰਹਿੰਦਾ, ਬਹੁਤ ਘੱਟ ਬਾਹਰ ਜਾਂਦਾ। ਇਹ ਹੁਣ ਚੀਜ਼ਾਂ ਇਹਨਾਂ ਨੂੰ ਸੋਚਣ ਦੀ ਲੋੜ ਹੈ ਵੀ ਜੇ ਇਹ ਪੰਜਾਬ ਦਾ ਧੂੰਆਂ ਉੱਥੇ ਪਹੁੰਚਦਾ ਹੀ ਨਹੀਂ ਤਾਂ ਧੂੰਆਂ ਕਿਹੜਾ ਹੈ ਉਹਨੂੰ ਆਇਡੈਂਟੀਫਾਈ ਕਰਨਾ ਚਾਹੀਦਾ।
ਵੀ ਅਸਲੀ ਚੀਜ਼ ਦੇਖਣੀ ਚਾਹੀਦੀ ਹੈ। ਸਿਰਫ ਬਹਾਨੇ ਬਣਾ ਕੇ ਦੂਜਿਆਂ ਨੂੰ ਗਲਤ ਸ਼ੋਅ ਕਰਨਾ, ਇਹ ਕਿਸੇ ਚੀਜ਼ ਦਾ ਨਤੀਜਾ ਨਹੀਂ ਨਿਕਲਦਾ, ਇਹਦਾ ਹੱਲ ਨਹੀਂ ਹੁੰਦਾ। ਹੁਣ ਇਹਨਾਂ ਨੂੰ ਇਹ ਸੋਚਣ ਦੀ ਲੋੜ ਹੈ ਵੀ ਕੀ ਦਿੱਲੀ ਦੀਆਂ ਜਿਹੜੀਆਂ ਕਾਰਾਂ ਨੇ, ਉੱਥੇ ਆਸੇ-ਪਾਸੇ ਦੀਆਂ ਹੋਰ ਫੈਕਟਰੀਆਂ ਨੇ, ਕੀ ਉਹਨਾਂ ਦਾ ਧੂੰਆਂ ਅਸਰ ਤਾਂ ਨਹੀਂ ਕਰ ਰਿਹਾ? ਇੱਧਰ ਜਿਹੜਾ ਪੰਜਾਬ ਦੇ ਉੱਤੇ ਇਹ ਚੱਕੜ ਛੱਟਣ ਵਾਲੀ ਗੱਲ ਹੈ, ਉਹਨੂੰ ਛੱਡ ਕੇ ਆਪਣੇ ਅੰਦਰ ਝਾਤੀ ਮਾਰਨ ਵੀ ਉੱਥੇ ਕੀ ਹੋ ਰਿਹਾ, ਉਹ ਚੀਜ਼ ਦੇਖਣ ਦੀ ਉਹਨਾਂ ਨੂੰ ਲੋੜ ਹੈ। ਪਰਾਲੀ ਦੀ ਅਸੀਂ ਗੱਲ ਕਰੀਏ ਤਾਂ ਪਰਾਲੀ ਵੈਸੇ ਤੁਸੀਂ ਤੁਹਾਡਾ ਜੋ ਤੁਸੀਂ ਵੇਖਦੇ ਹੋ, ਵਿਚਰਦੇ ਹੋ ਪੰਜਾਬ ਦੇ ਵਿੱਚ, ਤੁਹਾਨੂੰ ਲੱਗਦਾ ਹੈ ਕਿ ਕਿਸਾਨਾਂ ਨੇ ਅੱਗੇ ਨਾਲੋਂ ਕੰਮ ਵਧਾ ਦਿੱਤਾ ਜਾਂ ਘੱਟ ਪਰਾਲੀ ਫੂਕੀ ਗਈ ਹੈ ਇਸ ਵਾਰੀ? ਦੇਖੋ, ਪਰਾਲੀ ਫੂਕਣ ਦਾ ਕੰਮ ਤਾਂ ਉੱਥੇ ਕੀ ਹੈ ਕਿ ਜ਼ਿਆਦਾ ਫਰਕ ਨਹੀਂ ਗਾ। ਅੱਛਾ ਜੀ। ਇਹਦੇ 'ਚ ਹੁਣ ਕਈ ਨਜ਼ਰੀਏ ਆ ਜਾਂਦੇ ਆ। ਉਹ ਜਿਵੇਂ ਹੁੰਦਾ ਵੀ ਹਾਥੀ ਨੂੰ ਕਿਸੇ ਨੇ ਲੱਤਾਂ ਤੋਂ ਦੇਖ ਲਿਆ ਤਾਂ ਉਹ ਕਹਿੰਦਾ ਹੈਗਾ ਵੀ ਇਹ ਥਮਲੇ ਵਰਗਾ ਹੁੰਦਾ ਹੈ, ਜਿਹਨੇ ਕੰਨ ਤੋਂ ਦੇਖ ਲਿਆ ਉਹ ਕਹਿੰਦਾ ਪੱਖੇ ਵਰਗਾ ਹੁੰਦਾ ਹੈ, ਜਿਹਨੇ ਪੇਟ ਤੋਂ ਦੇਖ ਲਿਆ ਉਹ ਕਹਿੰਦਾ ਕੰਧ ਵਰਗਾ ਹੈ। ਉਹੀ ਜਿਹੜੇ ਇਲਾਕੇ 'ਚ ਦੇਖ ਲਿਆ, ਕਿਸੇ ਇਲਾਕੇ 'ਚ ਵੱਧ ਫੂਕੀ ਗਈ ਹੈ, ਕਿਸੇ 'ਚ ਘੱਟ, ਐਵਰੇਜ ਤੌਰ 'ਤੇ ਕੋਈ ਬਹੁਤਾ ਫਰਕ ਨਹੀਂ ਹੈ ਅੱਗੇ ਨਾਲੋਂ। ਬਸ ਵੈਸੇ ਕਿਸਾਨ ਲੱਗੇ ਨੇ ਪਰਾਲੀ ਨੂੰ ਖਪਾਉਣ ਹੁਣ ਧਰਤੀ ਤੇ, ਸੋਚਣ ਤਾਂ ਲੱਗੇ ਹੋਏ ਆ, ਪਰ ਜਿੰਨਾ ਚਿਰ ਹੱਲ ਨਹੀਂ ਕਿ ਉਹਦਾ ਪ੍ਰੋਪਰ ਨਿਕਲਦਾ, ਉਹਨਾਂ ਚਿਰ ਕਾਫੀ ਮੁਸ਼ਕਿਲ ਹੈ। ਹੱਲ ਲੱਭਣਾ ਬਹੁਤ ਜ਼ਰੂਰੀ ਹੈ ਇਹਦਾ। ਠੀਕ ਹੈ ਜੀ, ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ। ਪ੍ਰੋਗਰਾਮ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ, ਵਿਚਾਰ ਚਰਚਾ। ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਜੀ। ਗਰੇਵਾਲ ਸਾਹਿਬ, ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਨੇ ਪੁਲਵਾਮਾ ਹਮਲੇ ਦੇ ਬਾਰੇ ਜੋ ਆਪਣੀ ਅਸੈਂਬਲੀ ਦੇ ਵਿੱਚ ਕੁਝ ਆਖ ਦਿੱਤਾ ਹੈ, ਹਾਲਾਂਕਿ ਬਾਅਦ 'ਚ ਉਹਨਾਂ ਨੇ ਸਫਾਈਆਂ ਵੀ ਦਿੱਤੀਆਂ ਨੇ। ਉਹ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਉਹਨਾਂ ਦਾ ਉਹ ਬਿਆਨ ਨਰਿੰਦਰ ਮੋਦੀ ਨੂੰ ਕੋਈ ਮੁੱਦਾ ਲੱਭ ਗਿਆ ਹੋਵੇ ਬਿਹਾਰ ਦੀਆਂ ਚੋਣਾਂ ਦੇ ਵਿੱਚ। ਉਹ ਬਾਰ-ਬਾਰ ਉਸ ਦਾ ਸਟੇਜਾਂ 'ਤੇ ਨਾਂ ਲੈ ਰਹੇ ਨੇ, ਜ਼ਿਕਰ ਕਰ ਰਹੇ ਨੇ। ਪੁਲਵਾਮਾ ਦੇ ਨਾਂ 'ਤੇ ਹੁਣ ਜਿਹੜੀਆਂ ਵੋਟਾਂ ਲੈਣ ਦੀ ਕੋਸ਼ਿਸ਼ ਜਿਹੜੀ ਹੈ, ਇਸ ਤਰ੍ਹਾਂ ਲੱਗਦਾ ਹੈ ਮੈਨੂੰ। ਤੁਸੀਂ ਦੱਸੋ ਕਿ ਇਹ ਸੱਚ ਹੈ ਕਿ ਗਲਤ ਹੈ? ਦੇਖੋ, ਇਹਦੇ ਜਿਹੜੀ ਹੁਣ ਫਵਾਦ ਚੌਧਰੀ ਨੇ ਉੱਥੇ ਗੱਲ ਕੀਤੀ ਹੈ ਜੀ, ਉਹਨਾਂ ਨੇ ਇਹ ਕਿਹਾ ਕਿ ਹਮਨੇ ਹਿੰਦੁਸਤਾਨ ਮੇਂ ਘੁਸ ਕਰ ਮਾਰਾ ਹੈ ਜੀ। ਅਤੇ ਇਹਨੂੰ ਜੇ ਅਸੀਂ ਸਹੀ ਦੇਖੀਏ 100% ਤਾਂ ਉਹੀ ਦੱਸ ਸਕਦੇ ਆ ਕਿ ਉਹਨਾਂ ਦਾ ਮਕਸਦ ਕੀ ਸੀ ਜੀ, ਕਿਉਂਕਿ ਗੱਲਾਂ ਦੇ ਦੋਏ ਨਿਕਲਦੀਆਂ। ਘੁਸ ਕੇ ਮਾਰਾ ਵਾਲਾ ਜਿਹੜਾ ਪੁਲਵਾਮਾ ਅਟੈਕ ਹੈ ਉਹਨੂੰ ਵੀ ਕਿਹਾ ਜਾ ਸਕਦਾ, ਪਰ ਉਹ ਹੁਣ ਬਾਅਦ 'ਚ ਇਹ ਗੱਲ ਕਹਿੰਦੇ ਆ ਕਿ ਮੈਂ ਇਹ ਪੁਲਵਾਮਾ ਅਟੈਕ ਬਾਰੇ ਨਹੀਂ ਕਿਹਾ, ਮੈਂ ਇਹ ਕਿਹਾ ਵੀ ਜਿਹੜਾ ਉਸ ਤੋਂ ਬਾਅਦ ਇੰਡੀਆ ਨੇ ਅਟੈਕ ਕੀਤਾ ਉਹ ਜਹਾਜ਼ਾਂ ਦੇ ਮਗਰ ਸਾਡੇ ਜਹਾਜ਼ਾਂ ਨੇ ਇੰਡੀਆ ਦੇ ਵਿੱਚ ਜਾ ਕੇ ਉਹਨਾਂ ਨੂੰ ਅਟੈਕ ਕੀਤਾ ਅਤੇ ਸਿੱਟਿਆ ਉਹਨਾਂ ਨੂੰ ਜੀ। ਇਹ ਹੁਣ ਸੱਚਾਈ ਤਾਂ ਅਸਲ ਦੀ ਉਹੀ ਜਾਣਦੇ ਆ ਵੀ ਉਹਨਾਂ ਨੇ ਕਿਸ ਮਕਸਦ ਨਾਲ ਕਿਹਾ ਸੀ। ਜਿਹੜੀ ਦੂਸਰੀ ਗੱਲ ਹੁਣ ਮੋਦੀ ਜੀ ਕਹਿ ਰਹੇ ਆ ਕਿ ਜਿਸ ਵਕਤ ਹਿੰਦੁਸਤਾਨ ਦੇ ਵਿੱਚ ਲੋਕ ਜਵਾਨਾਂ ਦੇ ਮਾਰੇ ਜਾਣ ਦਾ ਸ਼ੋਕ ਮਨਾ ਰਹੇ ਸੀ, ਕੁਝ ਲੋਕ ਹਿੰਦੁਸਤਾਨ ਦੇ ਵਿੱਚ ਉਹਨੂੰ ਆਪਣੀ ਪੋਲੀਟੀਕਲ ਬੈਨੀਫਿਟ ਲੈਣ ਲਈ ਵਰਤ ਰਹੇ ਸੀ। ਇਸ ਚੀਜ਼ ਦੀ ਉਹਨਾਂ ਨੇ ਬਹੁਤ ਨਿਖੇਧੀ ਕੀਤੀ ਹੈ ਵੀ ਉਹ ਲੋਕਾਂ ਨੂੰ ਮਾੜਾ ਵੀ ਕਿਹਾ ਜਿਹੜੇ ਲੋਕਾਂ ਨੇ ਇਹਦਾ ਪੋਲੀਟੀਕਲ ਬੈਨੀਫਿਟ ਲਿਆ। ਪਰ ਸ਼ਾਇਦ ਉਹੀ ਗੱਲ ਹੁਣ ਉਹ ਆਪ ਭੁੱਲ ਗਏ ਵੀ ਜਿਹੜੀ ਉਦੋਂ ਲੋਕਾਂ ਨੂੰ ਕਹਿੰਦੇ ਸੀ ਵੀ ਬਾਕੀ ਦੇ ਜਿਹੜੇ ਹੈਗੇ ਉਹ ਪੋਲੀਟੀਕਲ ਬੈਨੀਫਿਟ ਲੈ ਰਹੇ ਇਸ ਗੱਲਾਂ 'ਚੋਂ, ਸ਼ਹਾਦਤਾਂ ਦੇ ਵਿੱਚੋਂ, ਅੱਜ ਉਹੀ ਸ਼ਹਾਦਤਾਂ ਦਾ ਸਭ ਤੋਂ ਵੱਧ ਬੈਨੀਫਿਟ ਮੋਦੀ ਜੀ ਲੈਣ ਦੀ ਕੋਸ਼ਿਸ਼ ਕਰ ਰਹੇ ਆ। ਗੱਲ ਤਾਂ ਦੇਖਣ ਵਾਲੀ ਇਹ ਹੈ ਕਿ ਪੋਲੀਟੀਕਲ ਪਾਰਟੀ ਕੋਈ ਵੀ ਹੋਵੇ, ਜਿਹੜੀਆਂ ਸ਼ਹਾਦਤਾਂ ਨੇ ਦੇਸ਼ ਕਰਕੇ ਹੋਣੀਆਂ, ਉਹ ਇੱਕ ਬਹੁਤ ਵੱਡੀ ਚੀਜ਼ ਹੈ। ਉਹ ਲੋਕ ਤਾਂ ਆਪਣੀਆਂ ਜਾਨਾਂ ਦੇ ਗਏ, ਪਰ ਸਾਡੇ ਜਿਹੜੇ ਪੋਲੀਟੀਕਲ ਬੰਦੇ ਹੈ ਉਹ ਉਹਨਾਂ ਦੀਆਂ ਕੁਰਬਾਨੀਆਂ ਦੇ ਉੱਤੋਂ ਵੀ ਆਪਣੇ ਜਿਹੜੇ ਰੋਟੀਆਂ ਸੇਕਣੋਂ ਨਹੀਂ ਹਟਦੇ। ਅਤੇ ਹੁਣ ਜਿਹੜੇ ਅੱਜ ਦੇ ਹਾਲਾਤ ਦੇ ਵਿੱਚ ਉਸ ਚੀਜ਼ 'ਚ ਮੋਦੀ ਜੀ ਬਾਕੀਆਂ ਨਾਲੋਂ ਵੀ ਮੋਹਰੀ ਬਣੇ ਹੋਏ ਆ। ਦੂਜਿਆਂ ਨੂੰ ਤਾਂ ਗਲਤ ਕਹਿਣਾ ਬੜਾ ਸੌਖਾ ਹੈ, ਪਰ ਆਪ ਉਸ ਚੀਜ਼ ਨੂੰ ਮੰਨਣਾ, ਉਹ 'ਤੇ ਖੜ੍ਹਨਾ ਬਹੁਤ ਔਖਾ ਹੈ। ਇਹ ਜੇ ਲੋਕਾਂ ਨੂੰ ਕਹਿੰਦੇ ਆ, ਇਹਨਾਂ ਨੂੰ ਖੁਦ ਵੀ ਸਮਝਣਾ ਚਾਹੀਦਾ। ਇਹਨਾਂ ਚੀਜ਼ਾਂ ਦੇ ਵਿੱਚੋਂ ਆਪਣੇ ਪੋਲੀਟੀਕਲ ਬੈਨੀਫਿਟਸ ਨਹੀਂ ਦੇਖਣੇ ਚਾਹੀਦੇ, ਸਿਰਫ ਇਹ ਦੇਖਣਾ ਚਾਹੀਦਾ ਵੀ ਇਹ ਚੀਜ਼ਾਂ ਰੁਕ ਕਿਵੇਂ ਸਕਦੀਆਂ ਨੇ, ਇਹ ਆਉਣ ਵਾਲੇ ਸਮੇਂ ਵਿੱਚ ਫੇਰ ਨਾ ਵਾਪਰਨ। ਇਹ ਚੀਜ਼ਾਂ ਦੇ ਲਈ ਉਪਰਾਲੇ ਕਰਨੇ ਚਾਹੀਦੇ ਆ। ਦੂਜੇ ਪਾਸੇ ਜੇ ਅਸੀਂ ਦੇਖਦੇ ਹਾਂ ਪਾਕਿਸਤਾਨ ਦੇ ਵਿੱਚ ਵੀ ਕੋਈ ਫਰਕ ਨਹੀਂ ਗਾ। ਉੱਧਰ ਜਿਹੜੀ ਇਹ ਗੱਲ ਹੋਈ ਹੈ, ਜਦੋਂ ਚੌਧਰੀ ਸਾਹਿਬ ਨੇ ਇਹ ਗੱਲ ਕਹੀ, ਉਹ ਵੀ ਇੱਕ ਟਿੱਪਣੀ 'ਤੇ ਕਹੀ ਗਈ, ਕਿਉਂਕਿ ਉਸ ਤੋਂ ਪਹਿਲਾਂ ਆਜ਼ਾਦ ਸਾਦਿਕ ਜਿਹੜੇ ਆ ਪੁਰਾਣੇ ਸਪੀਕਰ ਵੀ ਨੇ ਉਹਨਾਂ ਨੇ ਇੱਕ ਟਿੱਪਣੀ ਕੀਤੀ ਸੀ ਕਿ ਪਾਕਿਸਤਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਸ਼ਾਹ ਮੁਹੰਮਦ ਕੁਰੈਸ਼ੀ, ਉਹਨਾਂ ਨੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਕੰਬਣ ਦੀ ਗੱਲ ਕੀਤੀ ਸੀ ਵੀ ਉਹ ਕੰਬ ਰਹੇ ਸੀ। ਉਹ ਚੀਜ਼ ਦਾ ਇਫੈਕਟ ਹੁਣ ਪੁੱਠੇ ਪਾਸੇ ਚੱਲ ਪਿਆ ਜੀ। ਜਿਹੜੇ ਪਾਕਿਸਤਾਨ ਦੇ ਵਿੱਚ ਇਹ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ ਕਿ ਇਹਨੂੰ ਸਾਦਿਕ ਜੀ ਨੂੰ ਹਟਾਇਆ ਜਾਵੇ, ਉਹਨਾਂ 'ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਗਲਤ ਗੱਲ ਕਹੀ ਹੈ ਜੀ। ਉਹ ਵੀ ਪਰਪਸ ਉਹੀ ਹੈ, ਕਿਉਂਕਿ ਹਿੰਦੁਸਤਾਨ ਦੀ ਸਿਆਸਤ ਅਤੇ ਪਾਕਿਸਤਾਨ ਦੀ ਸਿਆਸਤ ਕੋਈ ਬਹੁਤਾ ਫਰਕ ਨਹੀਂ ਹੈ। ਮਿਲਟਰੀ ਦੀ ਇੰਟਰਫੀਅਰੈਂਸ ਦਾ ਥੋੜ੍ਹਾ ਜਿਹਾ ਉੱਧਰ ਜ਼ਰੂਰ ਫਰਕ ਹੈ,
ਬਾਕੀ ਜਿਹੜੀ ਲੋਕਾਂ ਦੀ ਸੋਚ ਹੈ ਸਿਆਸਤਦਾਨਾਂ ਦੀ ਇੱਕੋ ਜਿਹੀ ਉਹ ਇੱਕੋ ਜਿਹੀ ਹੈ। ਆਪਣਾ ਨਿੱਜੀ ਮਫਾਦ ਦੇਖਣ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਬਿਲੀਵ ਕਰਦੇ ਹਾਂ। ਉਹੀ ਕੰਮ ਉੱਧਰ ਵੀ ਸ਼ੁਰੂ ਹੋਇਆ। ਇੱਧਰ ਵੀ ਜਿਵੇਂ ਮੋਦੀ ਜੀ ਫਾਇਦਾ ਉਠਾ ਰਹੇ ਆ, ਉੱਧਰ ਸਾਰੇ ਉਹ ਸਾਦੇ ਕਿਤੇ ਉਲਟ ਪਏ ਹੋਏ ਆ। ਉਹ ਸਾਰੀਆਂ ਗੱਲਾਂ ਇੱਕੋ ਜਿਹੀਆਂ ਦੋਨੋਂ ਪਾਸੇ ਚੱਲ ਰਹੀਆਂ, ਦੋਵਾਂ ਲਈ ਮਾੜੀਆਂ ਨੇ ਇਹ। ਗਰੇਵਾਲ ਸਾਹਿਬ, ਅਸੀਂ ਗੱਲ ਕਰਦੇ ਹਾਂ ਕਿ ਸਿਆਸਤਦਾਨ ਕਿਵੇਂ ਆਪਣੇ ਤਰੀਕਿਆਂ ਨਾਲ ਚੱਲਦੇ ਨੇ ਤੇ ਇਹ ਸੋਚਦੇ ਨੇ ਕਿ ਗੱਦੀ ਉਹਨਾਂ ਦੀ ਕਾਇਮ ਕਿਵੇਂ ਰਹਿ ਸਕਦੀ, ਜਾਂ ਅਗਲੀਆਂ ਜਿਹੜੀਆਂ ਚੋਣਾਂ ਆਉਣੀਆਂ ਨੇ ਉਹਨਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਕਿਵੇਂ ਨਾਲ ਜੋੜ ਸਕਦੇ ਹਾਂ। ਇਹ ਬੈਕ ਆਫ ਮਾਈਂਡ ਉਹਨਾਂ ਦੇ ਰਹਿੰਦੀ ਹੈ। ਯੋਗੀ ਆਦਿੱਤਿਆਨਾਥ ਜੋ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਬੜਾ ਇੱਕ ਅਜੀਬੋ-ਗਰੀਬ ਕਾਨੂੰਨ ਲਿਆਉਣ ਦੀ ਗੱਲ ਕੀਤੀ ਹੈ, ਲਵ ਜਿਹਾਦ, ਜਿਸ ਦਾ ਰੌਲਾ ਤਾਂ ਬਹੁਤ ਸਾਲਾਂ ਤੋਂ ਪੈਂਦਾ ਆਉਂਦਾ। ਪਰ ਉਹਨਾਂ ਨੇ ਕਿਹਾ ਕਿ ਅਸੀਂ ਲਵ ਜਿਹਾਦ ਦੇ ਖਿਲਾਫ ਕਾਨੂੰਨ ਲਿਆਵਾਂਗੇ। ਤੁਸੀਂ ਵਕੀਲ ਵੀ ਹੋ, ਤੁਸੀਂ ਦੱਸੋ ਕਿ ਇਸ ਤਰ੍ਹਾਂ ਦਾ ਕਾਨੂੰਨ ਉਹ ਲਿਆ ਸਕਦੇ ਨੇ ਤੇ ਉਹਨੂੰ ਕਿਵੇਂ ਡਿਫਾਈਨ ਕਰਨਗੇ ਤੇ ਕਿਵੇਂ ਲਾਗੂ ਕਰਨਗੇ? ਦੇਖੋ, ਹਜੇ ਤੱਕ ਤਾਂ ਜਿਹੜਾ ਲਵ ਜਿਹਾਦ ਹੈ ਜੀ, ਇਸ ਅੱਖਰ ਨੂੰ ਹੀ ਬੜਾ ਚੰਗੀ ਤਰ੍ਹਾਂ ਕਲੀਅਰ ਕਰਨ ਦੇ ਵਿੱਚ ਕੋਈ ਕਾਮਯਾਬ ਨਹੀਂ ਹੋਇਆ। ਅੱਛਾ ਜੀ। ਕਿਉਂਕਿ ਇਹ ਇੱਕ ਮਨ ਦੀ ਅਵਸਥਾ ਹੈ ਜੀ। ਤੁਸੀਂ ਐਗਜ਼ੈਕਟ ਕਹਿ ਨਹੀਂ ਸਕਦੇ ਵੀ ਕਿਹੜਾ ਕੰਮ ਕਿਸ ਮਕਸਦ ਨਾਲ ਕੀਤਾ ਗਿਆ। ਕਿਉਂਕਿ ਆਮ ਜਿਹੜੇ ਮਾਹਰ ਨੇ ਉਹ ਤਾਂ ਇਸ ਗੱਲ ਨੂੰ ਕਹਿੰਦੇ ਆ ਵੀ ਜਿਹੜਾ ਕੋਈ ਅਡਲਟ ਹੈ, ਔਰਤ ਵੀ ਆਦਮੀ ਵੀ, ਦੋਏ ਜੇ ਅਡਲਟ ਨੇ ਤਾਂ ਉਹਨਾਂ ਨੂੰ ਆਪਸ ਦੇ ਵਿੱਚ ਕਿਸੇ ਕਿਸਮ ਦਾ ਰਿਸ਼ਤਾ ਬਣਾਉਣਾ ਵੀ ਉਹਨਾਂ ਦਾ ਹੱਕ ਹੈ ਤੇ ਉਹਨਾਂ ਦਾ ਧਰਮ ਪਰਿਵਰਤਨ ਕਰਨਾ ਵੀ ਉਹਨਾਂ ਦਾ ਹੱਕ ਹੈ ਜੀ। ਤੇ ਇਸ ਲਈ ਫਿਰ ਉਹ ਲਵ ਜਿਹਾਦ ਦੀ ਤਾਂ ਕੋਈ ਗੱਲ ਨਹੀਂ ਰਹਿ ਗੱਲ ਨਹੀਂ ਜਾਂਦੀ। ਆਉਂਦੀ। ਪਰ ਇਹਨੂੰ ਜੇ ਅਸੀਂ ਡੀਪਲੀ ਦੇਖਦੇ ਹਾਂ, ਉਹਦੇ 'ਚ ਹੁਣ ਡਿਪੈਂਡ ਇਹ ਕਰਦਾ ਹੈ ਕਿ ਜਿਹੜੇ ਬੰਦੇ ਦੀ ਆਪਾਂ ਗੱਲ ਕਰ ਰਹੇ ਹਾਂ, ਜਿਹਨੂੰ ਹੁਣ ਡਿਫਾਈਨ ਇਹ ਕਰ ਰਹੇ ਆ ਕਿ ਇੱਕ ਮੁਸਲਮਾਨ ਵੱਲੋਂ ਕਿਸੇ ਵੀ ਨੌਨ ਮੁਸਲਮਾਨ ਹਿੰਦੂ ਸਿੱਖ ਜਾਂ ਇਸ ਤਰ੍ਹਾਂ ਦੀ ਕਿਸੇ ਵੀ ਇਸਤਰੀ ਨੂੰ ਉਸ ਚੱਕਰ 'ਚ ਫਸਾਇਆ ਜਾਂਦਾ, ਉਹਨੂੰ ਗੁੰਮਰਾਹ ਕੀਤਾ ਜਾਂਦਾ ਹੈ। ਉਹ ਅਸਲੀ ਕੋਈ ਉਹਨਾਂ ਦੀ ਅਟੈਚਮੈਂਟ ਉਸ ਤਰ੍ਹਾਂ ਦੀ ਨਹੀਂ ਹੈ, ਪਰ ਉਹ ਜਿਹਾਦ ਦੇ ਨਾਂ 'ਤੇ ਉਹ ਕਿਹਾ ਜਾਂਦਾ ਕਿ ਉਹ ਉਹਨੂੰ ਇਸ ਲਈ ਫਸਾ ਰਿਹਾ ਕਿ ਉਹਦਾ ਧਰਮ ਪਰਿਵਰਤਨ ਕਰਨਾ ਹੈ। ਇਹ ਹੁਣ ਸਟੱਡੀ ਕਰਨ ਦੀ ਲੋੜ ਪੈਂਦੀ ਹੈ ਵੀ ਕੀ ਇਹ ਦੋਨਾਂ 'ਚੋਂ ਕਿਹੜਾ ਕੇਸ ਹੈ। ਅੱਜ ਕੱਲ੍ਹ ਜਿਵੇਂ ਬਹੁਤ ਜ਼ਿਆਦਾ ਕੰਮਾਂ-ਕਾਰਾਂ ਦੇ ਸਿਸਟਮ ਦੇ ਵਿੱਚ ਜਾਂ ਪੜ੍ਹਾਈ ਦੇ ਨਾਲ ਕਨੈਕਟਡ ਲੋਕ ਜਦੋਂ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਵਿੱਚ ਪੜ੍ਹਦੇ ਆ, ਕਈ ਵਾਰ ਉੱਥੇ ਰਿਲੇਸ਼ਨਸ਼ਿਪ ਬਣ ਜਾਂਦੇ ਆ। ਇਹ ਹੁਣ ਦੇਖਣ ਦੀ ਗੱਲ ਹੈ ਕਿ ਇਹ ਉਹ ਨੈਚੁਰਲੀ ਬਣਿਆ ਹੋਇਆ ਸਹੀ ਰਿਲੇਸ਼ਨਸ਼ਿਪ ਹੈ ਜਾਂ ਕਿ ਉਹ ਧੋਖੇ ਦੇ ਵਿੱਚ ਇਸ ਪਰਪਸ ਲਈ ਬਣਾਇਆ ਹੋਇਆ ਰਿਲੇਸ਼ਨ ਹੈ ਕਿ ਉਹਨੂੰ ਧਰਮ ਦੇ ਵਿੱਚ ਪਰਿਵਰਤਨ ਦਾ ਚੱਕਰ ਹੈ। ਜੇ ਉਹ ਧਰਮ ਪਰਿਵਰਤਨ ਦੇ ਲਈ ਇੰਟੈਂਸ਼ਨਲੀ ਕੀਤਾ ਗਿਆ, ਫਿਰ ਉਹ ਧਰਮ ਜਿਹੜਾ ਹੈਗਾ ਜਿਹਾਦ ਦਾ ਨਾਂ ਲਿਆ ਜਾਂਦਾ ਹੈ। ਉਹਦੇ 'ਚ ਜਿਹੜਾ ਲਵ ਜਿਹਾਦ ਹੈ ਉਹਦੇ ਥੱਲੇ ਆਉਂਦਾ ਹੈ। ਪਰ ਇਹਦੀ ਹਲੇ ਕੈਟੇਗਰਾਈਜ਼ੇਸ਼ਨ ਕਰਨੀ ਬਹੁਤ ਮੁਸ਼ਕਲ ਹੈ। ਦੂਸਰੀ ਗੱਲ ਹੈ ਜਿਹੜੀ ਯੋਗੀ ਜੀ ਨੇ ਗੱਲ ਕੀਤੀ ਹੈ, ਕੋਰਟ ਦਾ ਹਵਾਲਾ ਦੇ ਕੇ ਉਹਨਾਂ ਨੇ ਕੀਤਾ ਵੀ ਕੋਰਟ ਨੇ ਕਿਹਾ। ਕੋਰਟ ਦੇ 2 ਆਰਡਰਸ ਆਏ ਆ। ਲੇਟੈਸਟ ਤਾਂ ਹੈਗਾ ਇਲਾਹਾਬਾਦ ਹਾਈ ਕੋਰਟ ਦਾ, ਜਿਸ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਧਰਮ ਪਰਿਵਰਤਨ ਜਿਹੜਾ ਹੈਗਾ ਸਿਰਫ ਵਿਆਹ ਦੇ ਮਨਸ਼ਾ ਦੇ ਨਾਲ ਜੇ ਕੀਤਾ ਜਾਵੇ ਤਾਂ ਉਹ ਪਰਿਵਰਤਨ ਜਾਇਜ਼ ਨਹੀਂ ਹੈ। ਉਹ ਜਿਹੜਾ ਕੇਸ ਹੈ ਇੱਕ ਮੁਸਲਮਾਨ ਔਰਤ ਦਾ ਜਿਹੜੀ ਇੱਕ ਹਿੰਦੂ ਦੇ ਨਾਲ ਵਿਆਹੀ ਹੋਈ ਹੈ ਤੇ ਉਹਨੇ ਕੁਛ ਚਿਰ ਪਹਿਲਾਂ ਹੀ ਧਰਮ ਪਰਿਵਰਤਨ ਕੀਤਾ ਹੈ। ਅੱਛਾ ਜੀ। 1 ਮਹੀਨੇ ਦੇ ਕਰੀਬ ਧਰਮ ਪਰਿਵਰਤਨ ਕੀਤਾ ਸੀਗਾ ਜੀ। ਉਸ ਦੇ ਵਿੱਚ ਜੱਜ ਸਾਹਿਬ ਦਾ ਇਹ ਹੈਗਾ ਹਾਈ ਕੋਰਟ ਦਾ ਇਲਾਹਾਬਾਦ ਦਾ ਕਿ ਇਹ ਕੋਈ ਜ਼ਰੂਰੀ ਨਹੀਂ ਹੈਗਾ ਤੇ ਇਹ ਸਹੀ ਨਹੀਂ ਹੈਗਾ ਜਿਹੜਾ ਇਸ ਤਰ੍ਹਾਂ ਪਰਿਵਰਤਨ ਹੋਇਆ ਹੋਵੇ, ਕਿਉਂਕਿ ਵਿਆਹ ਜਿਹੜਾ ਹੈਗਾ ਉਹ ਧਰਮ ਪਰਿਵਰਤਨ ਤੋਂ ਬਿਨਾਂ ਵੀ ਹੋ ਸਕਦਾ ਹੈ। ਚਾਹੇ ਹਿੰਦੂ ਮੈਰਿਜ ਐਕਟ ਜਾਂ ਮੁਸਲਿਮ ਜਿਹੜਾ ਫੈਮਿਲੀ ਲਾਅ ਹੈ ਮੈਰਿਜ ਐਕਟ ਹੈ ਉਹਦੇ ਹਿਸਾਬ ਨਾਲ ਉਹ ਨਹੀਂ, ਪਰ ਸਪੈਸ਼ਲ ਮੈਰਿਜ ਐਕਟ ਜਿਹੜਾ ਹੈਗਾ ਉਹ ਉਹਦੇ ਹਿਸਾਬ ਨਾਲ ਹੋ ਸਕਦਾ, ਉਹ ਰਜਿਸਟਰ ਹੋ ਕੇ ਹੋ ਸਕਦਾ ਤੇ ਉਹਦੇ ਲਈ ਉਹ ਕਹਿੰਦੇ ਕੋਈ ਜ਼ਰੂਰੀ ਨਹੀਂ ਹੈ। ਇਹ ਹੁਣ ਜਿਹੜਾ ਉਹ ਤਾਂ ਉਹ ਬੇਸ ਬਣਾ ਲਿਆ ਇਹਨਾਂ ਨੇ। ਦੂਸਰੀ ਇਹਨਾਂ ਨੇ ਗੱਲ ਕਹੀ ਹੈ ਵੀ ਕੋਰਟ ਨੇ ਡਾਇਰੈਕਟ ਕੀਤਾ ਹੈਗਾ ਕਿ ਇਸਤਰੀਆਂ ਨੂੰ ਸੁਰੱਖਿਅਤ ਕੀਤਾ ਜਾਵੇ। ਅੱਛਾ ਜੀ। ਉਹ ਗੱਲ ਜਿਹੜੀ ਹੈ ਉਹ ਕਿਸੇ ਹੋਰ ਕੰਟੈਕਸਟ ਦੇ ਵਿੱਚ ਆਈ ਹੋਈ ਹੈ। ਉਹਨਾਂ ਨੇ ਧਰਮ ਪਰਿਵਰਤਨ ਨੂੰ ਜਾਂ ਲਵ ਜਿਹਾਦ ਦੇ ਵਿੱਚ ਪ੍ਰੋਟੈਕਸ਼ਨ ਦੀ ਗੱਲ ਨਹੀਂ ਕਹੀ ਹੋਈ ਹਾਈ ਕੋਰਟ ਨੇ। ਉਹ ਗੱਲ ਕਹੀ ਹੈਗੀ ਰੇਪ ਕੇਸਿਸ ਦੇ ਵਿੱਚ, ਕਿਉਂਕਿ ਆਪਣੇ ਯੂਪੀ ਦੇ ਵਿੱਚ ਰੇਪ ਦੇ ਕੇਸਿਸ ਬਹੁਤ ਹੋਏ ਆ, ਖਾਸ ਕਰਕੇ ਹਾਥਰਸ ਵਾਲਾ ਜਿਹੜਾ ਪਿੱਛੇ ਬਹੁਤ ਹਾਈਲਾਈਟ ਹੋਇਆ, ਉਹ ਉਸ ਤਰੀਕੇ ਦੀ ਉਹਦੀ ਟਿੱਪਣੀ ਹੋਈ ਹੈ। ਉਹਨਾਂ ਨੇ ਇਹ 2 ਜਿਹੜੀਆਂ ਹਾਈ ਕੋਰਟ ਦੀਆਂ ਜੱਜਮੈਂਟਸ ਨੇ ਉਹਨਾਂ ਨੂੰ ਬੇਸ ਬਣਾ ਕੇ ਜਿਹੜੀ ਪਹਿਲਾਂ ਲਵ ਜਿਹਾਦ ਦੀ ਗੱਲ ਚੱਲ ਰਹੀ ਹੈ ਉਹਨੂੰ ਅਪੋਜ਼ ਕੀਤਾ ਜਾ ਰਿਹਾ ਹੈ RSS ਵੱਲੋਂ, BJP ਵੱਲੋਂ, ਹੋਰ ਵੀ ਕਈ ਜਿਹੜੇ ਹਿੱਸੇ ਹੈਗੇ ਸਾਡੇ ਸਮਾਜ ਦੇ ਉਹਨਾਂ ਵੱਲੋਂ ਕੀਤਾ ਜਾਂਦਾ। ਉਹਦਾ ਇੱਕ ਬੇਸ ਬਣਾ ਕੇ ਇਹਨਾਂ ਨੇ ਇਹ ਗੱਲ ਸ਼ੁਰੂ ਕੀਤੀ ਹੈ ਵੀ ਅਸੀਂ ਕੋਈ ਇਹੋ ਜਿਹਾ ਕਾਨੂੰਨ ਬਣਾਵਾਂਗੇ। ਇਹ ਹੁਣ ਕਾਨੂੰਨ ਬਣੇ ਤੋਂ ਹੀ ਪਤਾ ਲੱਗ ਸਕਦਾ ਹੈ ਵੀ ਉਹ ਕਿਸ ਤਰ੍ਹਾਂ ਦਾ ਕਾਨੂੰਨ ਹੈ, ਕੀ ਉਹ ਲੀਗਲੀ ਕਰੈਕਟ ਬਣਦਾ ਜਾਂ ਗਲਤ ਬਣਦਾ। ਇਹ ਤਾਂ ਹੁਣ ਕੀ ਬਣਾਉਂਦੇ ਆ ਉਹਦੇ ਤੋਂ ਪਤਾ ਲੱਗੂਗਾ। ਕਹੀ ਉਹਨਾਂ ਨੇ ਗੱਲ ਜ਼ਰੂਰ ਹੈ, ਉਹਦਾ ਰਿਜ਼ਲਟ ਅੱਗੇ ਇਹ ਵੀ ਚੱਲਿਆ ਕਿ ਕੱਲ੍ਹ ਹਰਿਆਣੇ ਦੇ ਵਿੱਚ ਵੀ ਇਹ ਗੱਲ ਆ ਗਈ ਹੈ। ਮਨੋਹਰ ਲਾਲ ਖੱਟਰ ਜੀ ਨੇ ਕਿਹਾ ਕਿ ਉਸੇ ਤਰਜ਼ 'ਤੇ ਲਵ ਜਿਹਾਦ ਦੇ ਉਲਟ ਅਸੀਂ ਹਰਿਆਣੇ ਵਿੱਚ ਵੀ ਕਾਨੂੰਨ ਬਣਾਵਾਂਗੇ। ਇਹ ਹੁਣ ਇੱਕ ਲਾਈਨ ਚੱਲ ਪਈ ਹੈ, ਸ਼ਾਇਦ ਹੋਰ ਸਟੇਟਾਂ ਵੀ ਇਹਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਨ। ਅੱਗੇ ਦੇਖੋ ਇਹਦੇ 'ਚ ਹੁਣ ਕਿਸ ਤਰ੍ਹਾਂ ਬਣਦਾ ਹੈਗਾ ਇਹ।
ਗਰੇਵਾਲ ਸਾਹਿਬ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਯੂਪੀ ਦੇ ਵਿੱਚ ਅਸੀਂ ਵੇਖਦੇ ਰਹੇ ਹਾਂ ਇੰਨੇ ਸਾਲਾਂ ਤੋਂ ਅਮਨ ਕਾਨੂੰਨ ਦੀ ਜਿਹੜੀ ਗੱਲ ਹੈ, ਵਿਕਾਸ ਦੁਬੇ ਵਾਲਾ ਮਾਮਲਾ ਵੀ ਲਾ ਲਓ, ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਕੇਸ ਉੱਥੇ ਇਹੋ ਜਿਹੇ ਆਉਂਦੇ ਰਹਿੰਦੇ ਨੇ ਸਾਹਮਣੇ ਕਿ ਠੀਕ ਠਾਕ ਜਿਹਾ ਉੱਥੇ ਕਾਨੂੰਨ ਹੈ, ਉੱਥੇ ਕੋਈ ਇਹੋ ਜਿਹਾ ਹੈ ਨਹੀਂ। ਕਾਨੂੰਨ ਲਿਆ ਕੇ ਉਹ ਕੀ ਕਰਨਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਤੁਸੀਂ ਹਿਊਮਨ ਰਾਈਟਸ ਵਿੱਚ ਵੀ ਕੰਮ ਕੀਤਾ ਹੋਇਆ, ਤੁਸੀਂ ਇਹ ਦੱਸੋ ਕਿ ਇਹ ਚਲੋ ਹੁਣ ਜੇ ਕਾਨੂੰਨ ਬਣਾਉਣਗੇ ਜਾਂ ਕੋਈ ਕਮਿਸ਼ਨ ਬਣਾਉਣਗੇ ਜਿਹੜਾ ਇਸ ਗੱਲ ਨੂੰ ਪੈਰਵਾਈ ਕਰੇਗਾ, ਤਸਦੀਕ ਕਰੇਗਾ ਕਿ ਇਹ ਜਿਹੜਾ ਕੇਸ ਹੈ ਜੈਨੂਨ ਹੈ ਜਾਂ ਲਵ ਜਹਾਦ ਹੈ, ਇਹ ਤੁਸੀਂ ਸਮਝਦੇ ਹੋ ਕਿ ਠੀਕ ਹੈ ਇਸ ਤਰ੍ਹਾਂ ਸਕਰੂਟਨਾਈਜ਼ ਕਰਨਾ? ਦੇਖੋ, ਪਹਿਲਾਂ ਤਾਂ ਉਹਦਾ ਮਨਸ਼ਾ ਦੇਖਣ ਦੀ ਗੱਲ ਹੈ ਵੀ ਜਿਹੜਾ ਉਹ ਕਮਿਸ਼ਨ ਬਣਾਇਆ ਜਾਊਗਾ ਕਿਹੜੇ ਮਾਪਦੰਡ ਨਾਲ ਵੇਖਣਗੇ ਉਹ? ਮਾਪਦੰਡ ਤਾਂ ਇਹਨਾਂ ਨੇ ਦੱਸ ਹੀ ਦਿੱਤਾ ਜੀ, ਜੋਗੀ ਜੀ ਨੇ ਆਪ ਹੀ ਦੱਸਤਾ ਵੀ ਪਹਿਲਾਂ ਤਾਂ ਉਹ ਕਹਿੰਦੇ ਵੀ ਅਸੀਂ ਬੜਾ ਵਾਰਨ ਕਰਦੇ ਆ ਉਹਨਾਂ ਲੋਕਾਂ ਨੂੰ ਜਿਹੜੇ ਇਸ ਪਾਸੇ ਨੂੰ ਤੁਰਦੇ ਆ, ਇਹੋ ਜਿਹੇ ਸਟੈਪ ਲੈਂਦੇ ਆ, ਵੀ ਜਾਂ ਤਾਂ ਉਹ ਬਾਜ਼ ਆ ਜਾਣ, ਜੇ ਬਾਜ਼ ਨਹੀਂ ਆਉਂਦੇ ਤਾਂ ਉਹਨਾਂ ਨੂੰ ਰਾਮ ਨਾਮ ਸੱਤ ਵਾਲੀ ਯਾਤਰਾ 'ਤੇ ਅਸੀਂ ਪਾ ਦੇਣਾ। ਰਾਮ ਨਾਮ ਸੱਤ ਹੈ, ਆਪਾਂ ਨੂੰ ਪਤਾ ਹੀ ਹੈ। ਜਦੋਂ ਕਿਸੇ ਮੁਰਦੇ ਨੂੰ, ਡੈੱਡ ਬੋਡੀ ਨੂੰ ਸ਼ਮਸ਼ਾਨ ਘਾਟ ਨੂੰ ਲੈ ਕੇ ਜਾਂਦੇ ਆ, ਉਸ ਵਕਤ ਮਗਰ ਉਹ ਜਾਪ ਕੀਤਾ ਜਾਂਦਾ ਹੈ, ਉਹ ਉਹਨਾਂ ਨੇ ਸਪਸ਼ਟ ਕਰਤਾ। ਦੂਜਾ ਉਹਨਾਂ ਨੇ ਨਾਲ ਕਿਹਾ ਹੈਗਾ ਵੀ ਅਸੀਂ ਇੱਕ ਸ਼ਕਤੀ ਮਿਸ਼ਨ ਸ਼ੁਰੂ ਕਰ ਰਹੇ ਹਾਂ। ਬੇਸਿਕਲੀ ਸ਼ਕਤੀ ਮਿਸ਼ਨ ਜਿਹੜਾ ਹੈਗਾ ਉਹਦਾ ਮਤਲਬ ਹੈਗਾ ਵਿਮਨ ਐਮਪਾਵਰਮੈਂਟ ਦਾ ਹੀ ਇੱਕ ਹਿੰਦੀ ਦਾ ਨਾਮ ਹੈ ਜੀ। ਉਹ ਕਹਿੰਦੇ ਵੀ ਅਸੀਂ ਇਹਨੂੰ ਸ਼ਕਤੀ ਮਿਸ਼ਨ ਨੂੰ ਆਪਰੇਸ਼ਨ ਸ਼ਕਤੀ ਬਣਾ ਦੇਣਾ ਕੁਛ ਚਿਰ 'ਚ। ਉਹ ਫਿਰ ਜਿਹੜਾ ਮੇਨ ਕੰਮ ਹੈ ਜੋ ਦੇਖਣ ਨੂੰ ਲੱਗਦਾ ਹੈ ਵੀ ਜਿਵੇਂ ਅੱਗੇ ਗਊ ਰੱਖਿਆ ਦੇ ਨਾਂ ਦੇ ਉੱਤੇ ਲੋਕਾਂ ਨੂੰ ਕਟਾ ਵੱਢੀ ਸ਼ੁਰੂ ਕੀਤੀ ਹੋਈ ਸੀ, ਇਹ ਵੀ ਹੋ ਸਕਦਾ ਵੀ ਇਸ ਕਮਿਸ਼ਨ ਦੇ ਨਾਂ 'ਤੇ, ਇਹ ਲਵ ਜਿਹਾਦ ਦੇ ਨਾਂ 'ਤੇ ਇਹ ਫਿਰ ਉਸੇ ਤਰੀਕੇ ਨਾਲ ਨਜਾਇਜ਼ ਪੁਲਿਸ ਵੱਲੋਂ ਵੀ ਜਾਂ ਈਵਨ ਹੋਰ ਲੋਕ ਵੀ ਜਿਹੜੇ ਉਹ ਵੀ ਆਪਣੇ ਹੱਥਾਂ 'ਚ ਵੀ ਕਾਨੂੰਨ ਨੂੰ ਲੈ ਕੇ ਇਹ ਕਰ ਸਕਦੇ ਆ। ਇਹ ਤਾਂ ਵੈਸੇ ਗਰੇਵਾਲ ਸਾਹਿਬ ਸਾਡੇ ਬ੍ਰੇਕ ਲੈਣ ਦਾ ਸਮਾਂ ਹੋ ਗਿਆ। ਦੁਨੀਆ ਭਰ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਹੋਰਨਾਂ ਧਰਮਾਂ ਦੇ ਵਿੱਚ ਵੀ, ਪਾਕਿਸਤਾਨ ਵਿੱਚ ਵੀ, ਪੰਜਾਬ ਵਿੱਚ ਵੀ ਕਿ ਧਰਮ ਪਰਿਵਰਤਨ ਕੀਤਾ ਜਾ ਰਿਹਾ, ਆਹ ਹੋ ਰਿਹਾ, ਬੜੀਆਂ ਆਵਾਜ਼ਾਂ ਉੱਠਦੀਆਂ ਰਹਿੰਦੀਆਂ ਨੇ, ਚੱਲਦਿਆ ਰਹਿੰਦਾ ਦੁਨੀਆ ਭਰ ਦੇ ਵਿੱਚ ਸਿਲਸਿਲਾ ਇਹੋ। ਪਰ ਯੂਪੀ ਸਰਕਾਰ ਨੇ ਪਹਿਲ ਕੀਤੀ ਹੈ। ਖੈਰ, ਇਹ ਆਉਣ ਵਾਲੇ ਸਮੇਂ 'ਚ ਅਸੀਂ ਵੇਖਾਂਗੇ। ਇੱਕ ਬ੍ਰੇਕ ਦਾ ਸਮਾਂ ਹੋ ਗਿਆ ਜੀ, ਅਤੇ ਬ੍ਰੇਕ ਤੋਂ ਬਾਅਦ ਅਸੀਂ ਪ੍ਰੋਗਰਾਮ ਦੇ ਵਿੱਚ ਦੋ ਮੁੱਦਿਆਂ 'ਤੇ ਹੋਰ ਹਜੇ ਗੱਲਬਾਤ ਕਰਨੀ ਹੈ। ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਆਪ ਜੀ ਦਾ ਫਿਰ ਸਵਾਗਤ ਕਰਦੇ ਹਾਂ। ਗਰੇਵਾਲ ਸਾਹਿਬ, ਜਿਹੜਾ ਦੁਨੀਆ ਭਰ ਦੇ ਵਿੱਚ ਅਸੀਂ ਗੱਲ ਕਰਦੇ ਰਹਿੰਦੇ ਹਾਂ ਕਿ ਪੁਲਿਸ ਜਿਹੜੀ ਹੈ ਸਕਰੂਟਨਾਈਜ਼ ਕਰਦੀ ਹੈ ਕਈ ਵਾਰੀ ਲੋਕਾਂ ਨੂੰ, ਔਰ ਦੇਸ਼ ਦੀ ਸਰਕਾਰ 'ਤੇ ਨਿਰਭਰ ਕਰਦਾ ਹੁੰਦਾ ਹੈ ਕਿ ਉਹ ਕਿਸ ਤਰ੍ਹਾਂ ਇਸ ਪ੍ਰਸ਼ਾਸਨ ਨੂੰ ਚਲਾਉਂਦੀ ਹੈ ਅਤੇ ਕਿਹਨਾਂ ਲੋਕਾਂ 'ਤੇ ਸਖਤਾਈ ਕਰਦੀ ਹੈ। ਕੇਂਦਰ ਸਰਕਾਰ ਜਿਹੜੀ ਸਾਡੀ ਹੈ, ਇਸ ਦੇ ਬਾਰੇ ਇਹ ਗੱਲ ਸਪਸ਼ਟ ਹੈ ਕਿ ਉਹ ਇੱਕ ਪਾਸੇ ਦੀ ਵਿਚਾਰਧਾਰਾ ਲੈ ਕੇ ਚੱਲ ਰਹੇ ਨੇ, ਅਤੇ ਉਸੇ ਹਿਸਾਬ ਨਾਲ ਜਿੱਥੇ ਉਹਨਾਂ ਦੀ ਸਰਕਾਰਾਂ ਨੇ ਜਾਂ ਜਿੱਥੇ ਉਹਨਾਂ ਦਾ ਹੱਥ ਪੈਂਦਾ, ਪੁਲਿਸ ਨੂੰ ਉਸ ਹਿਸਾਬ ਨਾਲ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ। ਦਿੱਲੀ ਦੇ ਵਿੱਚ ਸਰਕਾਰ ਭਾਵੇਂ ਕੇਜਰੀਵਾਲ ਦੀ ਹੈ, ਪਰ ਉੱਥੇ ਪੁਲਿਸ ਦਾ ਜਿਹੜਾ ਕੰਟਰੋਲ ਹੈ ਉਹ ਕੇਂਦਰ ਸਰਕਾਰ ਦੇ ਕੋਲ ਹੀ ਹੈ, ਕਿਸਮ ਦਾ ਡਾਇਰੈਕਟ। ਔਰ ਦਿੱਲੀ ਪੁਲਿਸ 'ਤੇ ਬਹੁਤ ਵਾਰੀ ਉਂਗਲਾਂ ਉੱਠੀਆਂ ਨੇ ਪਿਛਲੇ ਸਾਲਾਂ ਦੇ ਵਿੱਚ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਬੰਦੀ ਬਣਾ ਕੇ ਰੱਖਿਆ ਗਿਆ, ਔਰ ਸ਼ਾਹੀਨ ਬਾਗ ਦਾ ਮੁੱਦਾ ਲੈ ਲਓ, ਔਰ ਕਈ ਪੁਲਿਸ ਦੇ ਪੁਰਾਣੇ ਅਧਿਕਾਰੀਆਂ ਨੇ ਵੀ ਉਹਨਾਂ 'ਤੇ ਉਂਗਲ ਉਠਾਈ ਹੈ, ਉਹਨਾਂ ਦੀ ਕਾਰਜਕਾਰੀ 'ਤੇ। ਅਤੇ ਹੁਣ ਪਤਾ ਲੱਗਾ ਹੈ ਕਿ ਕੁਝ ਖਾਸ ਕਿਸਮ ਦੇ ਪੱਤਰਕਾਰਾਂ ਨੂੰ ਜੋ ਆਪਣੀ ਆਵਾਜ਼ ਕੁਝ ਗੱਲ ਕਹਿਣਾ ਚਾਹੁੰਦੇ ਨੇ, ਫਰੀਡਮ ਆਫ ਸਪੀਚ ਹੈ ਜਿਹੜੀ, ਉਸ ਨੂੰ ਦਬਾਉਣ ਦੇ ਮਨਸ਼ੇ ਦੇ ਨਾਲ ਪੱਤਰਕਾਰਾਂ ਨੂੰ ਥਾਣਿਆਂ ਦੇ ਵਿੱਚ ਬੁਲਾ ਕੇ ਜਿਹੜਾ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਹੈ। ਇਸ ਵਿੱਚ ਕਿੰਨੀ ਕੁ ਸੱਚਾਈ ਹੈ? ਕੋਈ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਸਾਡੀ ਕੇਂਦਰ ਸਰਕਾਰ ਹੈ, ਇਹਨਾਂ ਨੇ ਕੋਸ਼ਿਸ਼ ਕੀਤੀ ਹੋਈ ਹੈ ਕਿ ਜਿੱਥੇ ਦਾ BJP ਸਰਕਾਰ ਹੈ ਜਾਂ ਇਹਨਾਂ ਦੀ ਆਪ ਦੀ, ਜਿਵੇਂ ਦਿੱਲੀ ਹੈ, ਇਹਨਾਂ ਦੇ ਥੱਲੇ ਹੈ ਪੁਲਿਸ, ਉੱਥੇ ਤਾਂ ਉਸ ਪੁਲਿਸ ਦੇ ਰਾਹੀਂ ਇਹਨਾਂ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿੱਥੇ ਇਹਨਾਂ ਦੀ ਸਰਕਾਰ ਨਹੀਂ ਹੈ, ਉੱਥੇ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ, ਉਹਦੇ ਥਰੂ ਉਸੇ ਤਰੀਕੇ ਦਾ ਕੰਮ ਉੱਥੇ ਵੀ ਕੀਤਾ ਜਾ ਰਿਹਾ ਵੀ ਜਿਹੜੇ ਬੰਦਿਆਂ ਨੂੰ ਦਬਾਉਣਾ ਹੈ, ਉੱਥੇ ਜੇ ਪੁਲਿਸ ਇਹਨਾਂ ਦੀ ਗੱਲ ਨਹੀਂ ਮੰਨਦੀ, ਉੱਥੇ NIA ਨੂੰ ਵਰਤਿਆ ਜਾਂਦਾ ਹੈ, ਅਤੇ ਈਵਨ ਫਿਰ ਗਾਹਾਂ UAPA ਹੈ, ਅਤੇ ਮਤਲਬ ED ਹੈ, ਇਨਫੋਰਸਮੈਂਟ ਡਾਇਰੈਕਟੋਰੇਟ, ਉਹਨੂੰ ਵੀ ਇਸ ਕੰਮ ਲਈ ਵਰਤਿਆ ਜਾ ਰਿਹਾ ਹੈ। ਗੱਲ ਕੀ ਕਿ ਹਰ ਬੰਦਾ ਜਿਹੜਾ ਸਰਕਾਰ ਦੇ ਉਲਟ ਗੱਲ ਕਰਦਾ ਹੈ, ਉਹਨੂੰ ਦਬਾਉਣ ਦੇ ਲਈ ਹਰ ਹੱਥਕੰਡਾ ਵਰਤਿਆ ਜਾ ਰਿਹਾ, ਹਰ ਕਿਸਮ ਦੀ ਫੋਰਸ ਵਰਤੀ ਜਾ ਰਹੀ ਹੈ। ਜਿਹੜੀ ਦਿੱਲੀ ਪੁਲਿਸ ਹੈ, ਉਹ ਤਾਂ ਹੁਣ ਕਾਫੀ ਸਮੇਂ ਤੋਂ ਇਸ ਚੀਜ਼ ਲਈ ਪੂਰੀ ਤਰ੍ਹਾਂ ਬਦਨਾਮ ਹੋ ਚੁੱਕੀ ਹੈ ਕਿ ਉਹ ਸਭ ਤੋਂ ਵੱਡਾ ਜਿਹੜਾ ਕੋਈ ਇਹਨਾਂ ਦਾ ਸਿਸਟਮ ਹੈਗਾ ਲੋਕਾਂ ਨੂੰ ਦਬਾਉਣ ਦਾ, ਉਹਦਾ ਸਭ ਤੋਂ ਵੱਡਾ ਇੱਕ ਹਥਿਆਰ ਦਿੱਲੀ ਪੁਲਿਸ ਬਣੀ ਹੋਈ ਹੈ। ਹੁਣ ਪਿਛਲੇ ਕੁਝ ਦਿਨਾਂ ਤੋਂ ਇਹ ਗੱਲ ਬੜੀ ਚਰਚਾ 'ਚ ਆਈ ਹੈ ਕਿ ਜਿਹੜੇ ਦਿੱਲੀ ਦੇ ਵਿੱਚ ਪੱਤਰਕਾਰ ਨੇ, ਜਿਹੜਾ ਥੋੜ੍ਹਾ ਜਿਹਾ ਵੀ ਗੌਰਮੈਂਟ ਦੀ ਲਾਈਨ ਨੂੰ ਟੋ ਨਹੀਂ ਕਰਦਾ, ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨ ਦੇ ਲਈ
ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਹੋਇਆ। ਉਹਨਾਂ ਨੂੰ ਬਾਰ-ਬਾਰ ਥਾਣੇ ਬੁਲਾਇਆ ਜਾਂਦਾ। ਕੋਈ ਵੱਡੇ ਲੰਬੇ ਚੌੜੀ ਕੋਈ ਇਨਵੈਸਟੀਗੇਸ਼ਨ ਵੀ ਨਹੀਂ ਕਰਨ ਵਾਲੀ ਹੁੰਦੀ। ਅੱਛਾ ਜੀ। ਬੜੀਆਂ ਛੋਟੀਆਂ ਗੱਲਾਂ ਤੇ ਹੋਰ ਪੱਤਰਕਾਰ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਨੇ, ਕੋਈ ਅਰੈਸਟ ਕੀਤਾ ਜਾਂ ਕਿਸੇ ਨੂੰ ਅਰੈਸਟ ਕਰਨਾ ਹੈ, ਉਹਦੇ ਬਾਰੇ ਪੁੱਛ ਪੜਤਾਲ ਹੁੰਦੀ ਹੈ। ਕਈ ਘੰਟੇ ਉਹਨਾਂ ਨੂੰ ਬੁਲਾ ਕੇ ਥਾਣਿਆਂ ਦੇ ਵਿੱਚ ਬਿਠਾ ਲਿਆ ਜਾਂਦਾ। ਟਾਈਮ ਵੇਸਟ ਉਹਨਾਂ ਦਾ ਕੀਤਾ ਜਾਂਦਾ। ਕਹਿ ਦਿੱਤਾ ਜਾਂਦਾ ਵੀ ਇੰਸਪੈਕਟਰ ਸਾਹਿਬ ਅਭੀ ਆਏ ਨਹੀਂ, ਆਪ ਇੰਤਜ਼ਾਰ ਕਰੋ। ਉਹ ਵਿਚਾਰੇ ਡਰਦੇ ਉੱਥੇ ਬਿਠਾਈ ਰੱਖਦੇ ਆ। ਕਈ ਵਾਰੀ ਰਾਤ ਨੂੰ ਉਹਨਾਂ ਨੂੰ ਛੱਡਦੇ ਆ ਜਾ ਕੇ, ਉਸ ਤਰੀਕੇ ਨਾਲ ਹਰਾਸ ਕਰਦੇ ਆ। ਇਸ ਪ੍ਰਤੀ ਉਹਨਾਂ ਨੇ ਹੋਮ ਮਿਨਿਸਟਰ ਨੂੰ ਇੱਕ ਆਪਣਾ ਮੈਮੋਰੈਂਡਮ ਵੀ ਦਿੱਤਾ ਵੀ ਅਸੀਂ ਇਨਵੈਸਟੀਗੇਸ਼ਨ ਦੇ ਉਲਟ ਨਹੀਂ ਗਏ, ਪਰ ਸਾਨੂੰ ਹਰਾਸ ਨਾ ਕੀਤਾ ਜਾਵੇ। ਜੇ ਸਾਡੇ ਤੋਂ ਕੋਈ ਪੁੱਛ ਪੜਤਾਲ ਕਰਨੀ ਹੈ ਤਾਂ ਸਾਨੂੰ ਟਾਈਮ ਪਹਿਲਾਂ ਨਿਰਧਾਰਿਤ ਕਰ ਲਓ ਵੀ ਇੰਨੇ ਵਜੇ ਆ ਜਿਓ। ਉਸ ਟਾਈਮ 'ਤੇ ਸਾਨੂੰ ਲਿਮਿਟਡ ਟਾਈਮ ਦੇ ਵਿੱਚ ਸਾਡੀ ਪੜਤਾਲ ਕਰ ਲਓ, ਜੋ ਪੁੱਛਣਾ ਅਸੀਂ ਜਵਾਬ ਦੇਣ ਨੂੰ ਤਿਆਰ ਹੈ। ਪਰ ਕੀ ਆ ਵੀ ਸਾਡਾ ਜਿਹੜਾ ਪ੍ਰੋਫੈਸ਼ਨਲ ਡਿਊਟੀ ਹੈ ਸਾਡੀ, ਵੀ ਅਸੀਂ ਵੀ ਕੰਮ ਉਹੋ ਜਿਹੇ ਕਰਨੇ ਆ। ਅੱਜ ਕੱਲ੍ਹ ਕਰੋਨਾ ਕਰਕੇ ਇਹ ਪ੍ਰੋਫੈਸ਼ਨਲ ਡਿਊਟੀ ਵੀ ਔਖੀ ਹੋਈ ਹੈ ਹਰ ਪਾਸੇ ਨਿਭਾਉਣਾ। ਇਹਨਾਂ ਚੀਜ਼ਾਂ ਦੇ ਨਾਲ ਸਾਨੂੰ ਹੋਰ ਮੁਸ਼ਕਲ ਹੋ ਰਿਹਾ। ਕਮ ਸੇ ਕਮ ਇਹ ਚੀਜ਼ਾਂ ਨਾ ਕੀਤੀਆਂ ਜਾਣ। ਪਰ ਜੇ ਦੂਜੇ ਪਾਸੇ ਦੇਖਦੇ ਆ, ਇਹ ਕੋਈ ਨਵੀਂ ਗੱਲ ਨਹੀਂ। ਇਹ ਕਾਫੀ ਦੇਰ ਤੋਂ ਸਾਡੇ ਇਹ ਸਿਸਟਮ ਬਣਾਇਆ ਹੋਇਆ ਕਿ ਪ੍ਰੈਸ ਨੂੰ ਦੱਬ ਕੇ ਰੱਖਿਆ ਜਾਵੇ, ਉਸ ਤਰੀਕੇ ਨਾਲ ਇਹਨਾਂ 'ਤੇ ਕਾਬੂ ਕੀਤਾ ਜਾਵੇ ਕਿ ਸਰਕਾਰ ਦੀ ਲਾਈਨ ਟੋ ਕਰਨ। ਜਿਹੜਾ ਅਖਬਾਰ ਟੋ ਨਹੀਂ ਕਰਦਾ ਉਹਦੀਆਂ ਐਡਾਂ ਬੰਦ ਕਰ ਦਿੰਦੇ ਆ, ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਆ। ਅਤੇ ਪੁਰਾਣੇ ਜ਼ਮਾਨੇ 'ਚ ਵੀ ਅਸੀਂ ਚਲੇ ਜਾਈਏ 1988-87 ਦੇ ਦਿਨਾਂ ਦੇ ਵਿੱਚ, ਜਦੋਂ ਪੰਜਾਬ ਦੇ ਵਿੱਚ ਮਿਲੀਟੈਂਸੀ ਸੀਗੀ, ਉਹਨਾਂ ਦਿਨਾਂ ਵਿੱਚ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਹੁੰਦੇ ਸੀਗੇ ਕਰਮਜੀਤ ਸਿੰਘ, ਉਹਨਾਂ ਨੂੰ ਬੜੀ ਵਾਰੀ ਪੁਲਿਸ ਨੇ ਚੱਕ ਕੇ ਤੰਗ ਪਰੇਸ਼ਾਨ ਕੀਤਾ। ਇੱਕ ਇੰਗਲਿਸ਼ ਟ੍ਰਿਬਿਊਨ ਜਿਹੜਾ ਦਾ ਟ੍ਰਿਬਿਊਨ ਹੈ, ਉਹਦੇ 'ਚ ਸਰਦਾਰ ਦਲਬੀਰ ਸਿੰਘ ਹੁੰਦੇ ਸੀ। ਉਹ ਵਿਚਾਰੇ ਬੁੱਢੇ ਵੀ ਹੋ ਗਏ, ਹੱਥ ਕੰਬਣ ਲੱਗ ਗਏ। ਉਸ ਵੇਲੇ ਤੱਕ ਵੀ ਉਹਨਾਂ ਨੂੰ 10 ਨੰਬਰ ਹੀ ਗਿਣਿਆ ਜਾਂਦਾ ਸੀ, ਕਿਉਂਕਿ ਇੱਕ ਪੁਲਿਸ ਦਾ ਰਜਿਸਟਰ ਹੁੰਦਾ 10 ਨੰਬਰ, ਉਹਦੇ 'ਚ ਐਂਟਰੀ ਪਾਈ ਹੋਈ ਸੀ, ਜਿਹਦੇ 'ਚ ਬੁਲਾ ਕੇ ਜਦੋਂ ਰਜਿਸਟਰ ਕੋਰਟ 'ਚ ਮੰਗਵਾਇਆ ਗਿਆ ਤਾਂ ਉਹਦੇ ਸਪਸ਼ਟ ਲਿਖਿਆ ਹੁੰਦਾ ਸੀ ਵੀ ਬਦਮਾਸ਼ ਕੋ ਚੈੱਕ ਕੀਤਾ ਗਿਆ, ਬਦਮਾਸ਼ ਆਪਣੇ ਘਰ ਪਰ ਹੈ। ਇੱਕ ਸੀਨੀਅਰ ਪੱਤਰਕਾਰ ਨੂੰ ਅੱਖਰ ਉਹਦੇ 'ਚ ਬਦਮਾਸ਼ ਦੇ ਲਿਖੇ ਜਾਂਦੇ ਆ, ਕਿਉਂਕਿ ਉਹ ਟਰਮੀਨੋਲੋਜੀ ਹੈ 10 ਨੰਬਰ ਰਜਿਸਟਰ, ਦਲੀਲ ਕਰਨ ਵਾਲੀ ਗੱਲ, ਉਹ ਦਲੀਲ ਕਰਨ ਦੇ ਲਈ ਉਹ ਉੱਥੇ ਕੀਤਾ ਜਾਂਦਾ ਹੈ। ਹੁਣ ਕਸ਼ਮੀਰ ਦੇ ਵਿੱਚ ਵੀ ਤੁਸੀਂ ਦੇਖ ਲਓ, ਜਿਹੜਾ ਕਸ਼ਮੀਰ ਟਾਈਮਜ਼, ਪਹਿਲਾਂ ਉਹਨਾਂ ਦਾ ਦਫ਼ਤਰ ਬੰਦ ਕਰਾਇਆ ਗਿਆ। ਹੁਣ ਗ੍ਰੇਟਰ ਕਸ਼ਮੀਰ ਆ ਜਿਹੜਾ ਦੂਸਰਾ ਅਖਬਾਰ, ਉੱਥੋਂ ਦਾ ਇੱਕ ਬਹੁਤ ਮਸ਼ਹੂਰ ਅਖਬਾਰ ਹੈ, ਉਹਦੇ ਮਗਰ ਪਏ ਹੋਏ ਆ। ਉਹਦੇ 'ਤੇ ਲਗਾਤਾਰ ਹੁਣ ਪੈ ਰਹੇ ਆ ਛਾਪੇ, ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕਰ ਰਹੇ ਆ। ਇਹ ਹੁਣ ਇੱਕ ਰੂਟੀਨ ਬਣ ਗਿਆ। ਦਿੱਲੀ 'ਚ ਤਾਂ ਖੈਰ ਆਮ ਨਾਲੋਂ ਬਹੁਤ ਜ਼ਿਆਦਾ ਹੈ। ਇਹ ਬਹੁਤ ਉਹਨਾਂ ਨੂੰ ਸੋਚਣ ਦੀ ਲੋੜ ਹੈ ਵੀ ਫਰੀडम ਆਫ ਪ੍ਰੈਸ ਹੈ ਜਿਹੜੀ, ਜੇ ਇਹ ਬਹਾਲ ਨਹੀਂ ਹੁੰਦੀ ਤਾਂ ਸੱਚਾਈ ਜਿਹੜੀ ਹੈਗੀ ਦੱਬੀ ਜਾਊਗੀ। ਤਾਂ ਉਹ ਕੋਈ ਦੁਨੀਆ ਭਰ ਦੇ ਵਿੱਚ ਹਿੰਦੁਸਤਾਨ ਦਾ ਨਾਂ ਕੋਈ ਚੰਗਾ ਨਹੀਂ ਬਣਨਾ, ਇਹਦੇ 'ਚ ਮਾੜਾ ਹੀ ਬਣਨਾ ਅਤੇ ਬਣ ਰਿਹਾ ਹੈਗਾ। ਗਰੇਵਾਲ ਸਾਹਿਬ, ਨਵੰਬਰ ਦਾ ਮਹੀਨਾ ਚੜ੍ਹਿਆ ਔਰ 1984 ਯਾਦ ਆ ਜਾਂਦਾ ਹੈ, ਔਰ ਇਹਨਾਂ ਦਿਨਾਂ ਦੇ ਵਿੱਚ ਇਹ ਕਾਫੀ ਇੰਨਾ ਕੁਝ ਵਾਪਰਿਆ, ਔਰ ਕਿਸੇ ਦੂਰ ਪਾਰ ਦੇ ਪ੍ਰਾਂਤ ਦੇ ਕਿਸੇ ਸ਼ਹਿਰ ਵਿੱਚ ਵਾਪਰਿਆ ਹੁੰਦਾ ਤੇ ਕਹਿ ਸਕਦੇ ਸਾਂ ਕਿ ਉੱਥੇ ਅਮਨ ਕਾਨੂੰਨ ਦੀ ਸਥਿਤੀ ਨੂੰ ਕੰਟਰੋਲ ਕਰਨਾ ਸਰਕਾਰ ਵਾਸਤੇ ਔਖਾ ਸੀ, ਜਾਂ ਉੱਥੇ ਕੋਈ ਫੌਜ ਦਾ ਪ੍ਰਬੰਧ ਨਹੀਂ ਸੀ, ਜਾਂ CRP ਨਹੀਂ ਸੀ, ਜਾਂ ਹੋਰ ਕੋਈ ਫੋਰਸ ਇਹਨਾਂ ਕੋਲ ਨਹੀਂ ਸੀ। ਲੇਕਿਨ ਦੇਸ਼ ਦੀ ਰਾਜਧਾਨੀ ਦੇ ਵਿੱਚ ਵੱਡੇ ਪੱਧਰ 'ਤੇ ਕਤਲੇਆਮ ਹੋਇਆ ਔਰ ਮਨੁੱਖੀ ਅਧਿਕਾਰਾਂ ਦੀ ਰੱਜ ਕੇ ਉਲੰਘਣਾ ਹੋਈ, ਜਿਹੜੀ ਉਸ ਤੋਂ ਬਾਅਦ ਵੀ ਅੱਜ ਤੱਕ ਤੁਸੀਂ ਜੁੜੇ ਰਹੇ ਹੋ ਮਨੁੱਖੀ ਅਧਿਕਾਰਾਂ ਦੇ ਸੰਗਠਨਾਂ ਦੇ ਨਾਲ। ਕਿੰਨਾ ਕੁ ਤੁਸੀਂ ਸਮਝਦੇ ਹੋ ਇਸ ਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰੀਏ ਅਸੀਂ। ਕੋਈ ਜਿਹੜਾ ਆਪਾਂ ਕਹਿੰਦੇ ਆ ਵੀ ਦਿੱਲੀ ਦੇ ਵਿੱਚ ਇਹੋ ਜਿਹਾ ਨਹੀਂ ਸੀ ਵਾਪਰਨਾ ਚਾਹੀਦਾ, ਇਹ ਬਹੁਤ ਛੇਤੀ ਕੰਟਰੋਲ ਹੋਣਾ ਚਾਹੀਦਾ ਸੀ। ਅਤੇ ਪਹਿਲੀ ਗੱਲ ਤਾਂ ਇਹ ਵੀ ਕੰਟਰੋਲ ਕਰਨਾ ਕਿਹਨੇ ਹੈ? ਕੰਟਰੋਲ ਕਰਨ ਦੀ ਜ਼ਿੰਮੇਵਾਰੀ ਤਾਂ ਸਰਕਾਰ ਦੀ ਹੈ ਜੀ। ਪਰ ਇਹ ਜਿਹੜਾ ਕੰਮ ਹੋਇਆ ਸੀ, ਇਹ ਜਦੋਂ ਹੋਇਆ ਹੀ ਸਰਕਾਰ ਦੀ ਸ਼ਹਿ 'ਤੇ ਸੀ, ਤਾਂ ਫਿਰ ਕੰਟਰੋਲ ਕਰਨ ਵਾਲਾ ਤਾਂ ਕੋਈ ਹੈ ਹੀ ਨਹੀਂਗਾ। ਕਿਉਂਕਿ ਬੜੀ ਵੱਡੀ ਗੱਲ ਉਸ ਵਕਤ ਜਿਹੜੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ ਆ ਰਾਜੀਵ ਗਾਂਧੀ ਜੀ, ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਦ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੈ। ਉੱਥੋਂ ਆਪਣੇ ਆਪ ਹੀ ਇਹ ਕਲੀਅਰ ਸੀਗਾ। ਅਤੇ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਲੋਕਾਂ ਨੇ ਕਿਹਾ, ਜਿਹੜੇ ਉੱਥੇ ਬੈਠੇ ਸੀਗੇ, ਕਿ ਉਹਨਾਂ ਨੇ ਆਹ ਗੱਲ ਕਹੀ ਹੈ ਕਿ ਇਤਨੀ ਬੜੀ ਬਾਤ ਹੋ ਗਈ, ਆਪ ਯਹਾਂ ਬੈਠੇ ਹੋ। ਜਿਹੜੇ ਲੋਕ ਉੱਥੇ ਬੈਠੇ ਸੀਗੇ ਉਹਨਾਂ ਨੂੰ ਬੈਠੇ ਚੰਗੇ ਨਹੀਂ ਸੀ ਲੱਗਦੇ। ਉਹਨਾਂ ਦੀ ਸੋਚ ਸੀ ਇਹਨਾਂ ਨੂੰ ਜਾ ਕੇ ਵੀ ਇੱਕ ਵੀ ਪਗੜੀ ਨਹੀਂ ਦਿਖਣੀ ਚਾਹੀਏ। ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ ਜੀ। ਅਤੇ ਵੱਡੇ ਵੱਡੇ ਅਹੁਦਿਆਂ 'ਤੇ, ਚਾਹੇ ਉਹ ਜਗਦੀਸ਼ ਟਾਈਟਲਰ ਸੀਗੇ ਜਾਂ ਧਰਮਦਾਸ ਸ਼ਾਸਤਰੀ ਸੀ, ਜਾਂ ਹੋਰ ਸਾਰੇ ਜਿਹੜੇ ਵੱਡੇ ਵੱਡੇ ਲੀਡਰ ਸੀ, ਉਹ ਪ੍ਰੈਕਟੀਕਲੀ ਇਨਵੋਲਵ ਸੀਗੇ। ਜਾ ਕੇ ਉਹਨਾਂ ਨੇ ਮਾਸਸ ਨੂੰ ਤੋਰਿਆ ਹੈਗਾ, ਇਹ ਸਾਰੇ ਕੰਮ ਕਰਵਾਏ ਆ। ਅਤੇ ਇਹਨੂੰ ਫਿਰ ਰੋਕਣ ਵਾਲਾ ਕੌਣ ਸੀ? ਇਹ ਤਾਂ ਬਹੁਤ ਵੱਡੀ ਸ਼ਹਿ 'ਤੇ, ਸਰਕਾਰੀ ਸ਼ਹਿ 'ਤੇ ਕੰਮ ਕੀਤਾ ਗਿਆ ਸੀਗਾ। ਇਹਨੂੰ ਰੋਕਣ ਵਾਲਾ ਤਾਂ ਕੋਈ ਮਕਸਦ ਹੀ ਨਹੀਂ ਸੀਗਾ ਜੀ। ਇਹ ਤਾਂ ਇੱਕ ਸਿੱਖਾਂ ਦੀ ਨਸਲਕੁਸ਼ੀ ਸੀਗੀ, ਜੋ ਉਸ ਵਕਤ ਇੱਕ ਪਲੈਨਡ ਵੇ ਦੇ ਨਾਲ ਕੀਤੀ ਗਈ ਹੈ, ਜਿਹੜੀ ਕਿ ਅੱਜ ਤੱਕ ਉਹਦੇ ਜਿਹੜੇ ਬਹੁਤ ਘੱਟ ਬੰਦੇ ਹੈ ਜਿਨ੍ਹਾਂ ਨੇ ਇਹ ਕੰਮ ਕੀਤੇ ਹੈ, ਉਹਨਾਂ ਨੂੰ ਸਜ਼ਾਵਾਂ ਮਿਲੀਆਂ ਨੇ। ਅਤੇ ਜਿਹੜੇ ਲੋਕਾਂ ਦਾ ਰੋਸ ਹੈ
ਉਹ ਕਾਫੀ ਲੋਕਾਂ ਨੇ ਫਿਰ ਇਹੋ ਜਿਹੇ ਵੀ ਸੀਗੇ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਵਿੱਚ ਉਹਨਾਂ ਨੂੰ ਕਾਨੂੰਨ ਲੈਣਾ ਪਿਆ। ਆਪਾਂ ਇਹ ਨਹੀਂ ਕਹਿੰਦੇ ਵੀ ਹੱਥਾਂ 'ਚ ਕਾਨੂੰਨ ਲੈਣਾ ਚੰਗਾ ਹੁੰਦਾ, ਪਰ ਜਦੋਂ ਹਾਲਾਤ ਇਹੋ ਜਿਹੇ ਬਣਦੇ ਆ, ਜਦੋਂ ਸਾਡਾ ਜਿਹੜਾ ਸਰਕਾਰੀ ਢਾਂਚਾ ਹੈ ਉਹ ਇਨਸਾਫ ਦੇਣ ਦੇ ਵਿੱਚ ਨਾਕਾਮ ਰਹਿੰਦਾ ਹੈ, ਤਾਂ ਫਿਰ ਲੋਕ ਮਜਬੂਰ ਹੋ ਕੇ ਹਥਿਆਰ ਚੱਕਦੇ ਆ। ਉਹ ਚੀਜ਼ ਇਸ ਕੇਸ ਦੇ ਵਿੱਚ ਵੀ ਬਹੁਤ ਹੋਈ ਹੈ। ਅਤੇ ਅੱਜ ਵੀ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਬੰਦੇ ਹਜੇ ਤੱਕ ਉਹਨਾਂ 'ਚੋਂ ਬਚੇ ਹੋਏ ਆ, ਜਿਨ੍ਹਾਂ ਨੇ ਉਸ ਵਕਤ ਗਲਤ ਕੰਮ ਕੀਤੇ ਆ, ਉਹਨਾਂ ਨੂੰ ਅੱਜ ਵੀ ਸਜ਼ਾ ਮਿਲ ਜਾਵੇ ਤਾਂ ਵੀ ਕਿਸੇ ਹੱਦ ਤੱਕ ਲੋਕਾਂ ਦਾ ਕੁਛ ਜਿਹੜਾ ਰੋਸ ਹੈਗਾ ਉਹਨੂੰ ਇਫੈਕਟ ਪੈ ਸਕਦਾ। ਭਾਵੇਂ ਕਿ ਅਸੀਂ ਕਹਿੰਦੇ ਆ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਪਰ ਡਿਲੇਡ ਵੀ ਮਿਲੀ, ਨਾ ਮਿਲਣ ਨਾਲੋਂ ਕੁਛ ਨਾ ਕੁਛ ਤਾਂ ਚੰਗੀ ਹੈ। ਠੀਕ ਹੈ ਜੀ। ਗਰੇਵਾਲ ਸਾਹਿਬ, ਹੁਣ ਅਸੀਂ ਇੱਕ ਅਜਿਹੀ ਗੱਲਬਾਤ ਕਰਦੇ ਹਾਂ ਜੋ ਪਿਛਲੇ ਤਕਰੀਬਨ 6 ਮਹੀਨਿਆਂ ਤੋਂ ਸੰਸਾਰ ਨੂੰ ਇਸਨੇ ਘੇਰਿਆ ਹੋਇਆ ਹੈ, ਕਰੋਨਾ ਮਹਾਮਾਰੀ ਨੇ। ਭਾਰਤ ਦੀ ਅਸੀਂ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਹੈਰਾਨੀਜਨਕ ਕਾਂਕੜੇ ਜਿਹੜੇ ਨੇ ਪਿਛਲੇ ਤਕਰੀਬਨ 20-25 ਦਿਨ ਤੋਂ ਆ ਰਹੇ ਨੇ, ਥੱਲੇ ਨੂੰ ਜਾ ਰਹੇ ਨੇ ਗਿਣਤੀ ਮਰੀਜ਼ਾਂ ਦੀ। ਨਵੇਂ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਘਟੀ ਹੈ ਅਤੇ ਟੀਕੇ ਦੀ ਵੀ ਗੱਲ ਚੱਲੀ ਹੈ। ਅਤੇ ਜਿਹੜਾ ਮੋਦੀ ਸਾਹਿਬ ਨੇ ਵਾਅਦਾ ਕਰ ਦਿੱਤਾ ਹੈ ਕਿ ਬਿਹਾਰ ਦੇ ਲੋਕਾਂ ਨੂੰ ਫ੍ਰੀ ਲਾਇਆ ਜਾਵੇਗਾ ਅਤੇ ਛੇਤੀ ਸਭ ਤੋਂ ਪਹਿਲਾਂ ਲਾਵਾਂਗੇ। ਹਾਲਾਂਕਿ ਉਹਨਾਂ ਦੀ ਉਦੋਂ ਵਿਚਾਰਿਆਂ ਨੂੰ ਪੁੱਛਿਆ ਨਹੀਂ ਜਦੋਂ ਸੜਕਾਂ 'ਤੇ ਰੁਲਦੇ ਫਿਰਦੇ ਸਨ, ਆਪਣੇ ਘਰਾਂ ਨੂੰ ਜਾਣ ਵਾਸਤੇ ਮਜਬੂਰ ਸਨ, ਰਸਤੇ ਵਿੱਚ ਰੁਲ ਗਏ, ਟ੍ਰੇਨਾਂ ਦੇ ਥੱਲੇ ਆ ਗਏ, ਇਹ ਵੀ ਹੋਇਆ। ਅਤੇ ਹੁਣ ਕਰੋਨਾ ਦੇ ਕਿਉਂਕਿ ਕੇਸਿਸ ਘਟ ਰਹੇ ਨੇ, ਪੰਜਾਬ ਦੇ ਵਿੱਚ ਹੌਲੀ ਹੌਲੀ ਲੋਕਡਾਊਨ ਜਿਹੜਾ ਖੋਲ੍ਹ ਦਿੱਤਾ ਗਿਆ। ਥੋੜ੍ਹਾ ਬਹੁਤਾ ਕੋਈ ਰੁਕਾਵਟਾਂ ਜਿਹੜੀਆਂ ਹੋਣਗੀਆਂ, ਔਰ ਉਹਨਾਂ ਦੇ ਵਿੱਚ ਕੋਈ ਨਵੀਆਂ ਹਦਾਇਤਾਂ ਜਾਰੀ ਹੋਈਆਂ ਨੇ ਜਿਨ੍ਹਾਂ ਵਿੱਚ ਕੁਝ ਖਾਸ ਸੰਸਥਾਨ ਜਿਹੜੇ ਨੇ ਖੋਲ੍ਹੇ ਗਏ ਨੇ, ਉਹਨਾਂ ਬਾਰੇ ਸਾਨੂੰ ਦੱਸੋ। ਜਿਹੜੀ ਹੁਣ ਲੇਟੈਸਟ ਆਈ ਹੈ ਉਹਦੇ 'ਤੇ ਇਹੀ ਹੈ ਵੀ ਮਲਟੀਪਲੈਕਸਿਸ, ਸਿਨੇਮਾ ਹਾਲ, ਇਹਨਾਂ ਨੂੰ ਖੋਲ੍ਹਿਆ ਗਿਆ ਹੈ। ਉਹਦੇ 'ਚ ਇੱਕ ਬੜੀ ਕਲੀਅਰ ਗੱਲ ਕੀਤੀ ਗਈ ਹੈ ਕਿ 50% ਜਿਹੜੀ ਉਹਦੀ ਆਕੂਪੈਂਸੀ ਉਹ ਹੋਵੇਗੀ ਜੀ, ਅਤੇ ਬਾਕੀ ਜਿਹੜੇ ਕਾਨੂੰਨ ਨੇ ਉਹ ਪੂਰੀ ਤਰ੍ਹਾਂ ਲਾਗੂ ਕੀਤੇ ਜਾਣਗੇ ਜੀ। ਹੁਣ 50% ਵਾਲੀ ਗੱਲ ਠੀਕ ਹੈ ਵੀ ਇੱਕ ਸੀਟ ਛੱਡ ਕੇ ਬਿਠਾਇਆ ਜਾਵੇ, ਜਾਂ ਜੇ ਪਰਿਵਾਰ ਹੈ ਤਾਂ ਚਾਹੇ ਉਹਨਾਂ ਨੂੰ ਇਕੱਠੀਆਂ ਸੀਟਾਂ ਦਿੱਤੀਆਂ ਜਾਣ, ਉਸ ਤਰੀਕੇ ਦੇ ਹੋਣੇ ਚਾਹੀਦੇ ਆ। ਪਰ ਫਿਰ ਵੀ ਇੱਕ ਚੀਜ਼ ਦੇਖਣ ਵਾਲੀ ਹੈ ਵੀ ਜਿਹੜੀ ਸੀਟ ਟੂ ਸੀਟ ਹੈ, ਜੇ ਉਹ ਤਾਂ ਤੁਸੀਂ ਕਰ ਲਓਗੇ ਇੱਕ ਛੱਡਤੀ, ਪਰ ਲਾਈਨ ਟੂ ਲਾਈਨ ਵੀ ਜਿਹੜੀ ਹੈ, ਜੇ ਕੋਈ ਖੰਘ ਆਉਂਦੀ ਹੈ ਜਾਂ ਛਿੱਕ ਆਉਂਦੀ ਹੈ, ਉਹ ਪਿਛਲੀ ਲਾਈਨ ਦਾ ਅਸਰ ਦੂਸਰੀ ਲਾਈਨ 'ਤੇ ਜ਼ਰੂਰ ਜਾਊਗਾ। ਇਸ ਲਈ ਜਿਹੜੇ ਕਾਨੂੰਨਾਂ ਦੀ ਗੱਲ ਹੁੰਦੀ ਹੈ ਉਹ ਬਹੁਤ ਯਕੀਨੀ ਬਣਾਉਣ ਦੀ ਲੋੜ ਹੈ ਕਿ ਜਿਹੜੇ ਮਾਸਕ ਨੇ ਉਹ ਬਿਲਕੁਲ ਇਗਨੋਰ ਨਹੀਂ ਹੋਣੇ ਚਾਹੀਦੇ, ਤਾਂ ਕਿ ਪਿਛਲੇ ਪਾਸਿਓਂ ਅੱਗੇ ਉਹ ਪ੍ਰੋਬਲਮ ਨਾ ਆ ਸਕੇ। ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜਾ ਅਸਰ ਇਹ ਹੋ ਰਿਹਾ, ਲੋਕਡਾਊਨ ਖੁੱਲ੍ਹ ਰਿਹਾ ਹੌਲੀ ਹੌਲੀ, ਇਹਦੇ ਕਾਰਨ ਕਾਫੀ ਵਾਜਬ ਵੀ ਨੇ, ਕਿਉਂਕਿ ਪੰਜਾਬ ਦੇ ਵਿੱਚ ਤਾਂ ਇੰਡੀਆ ਦੇ ਨਾਲੋਂ ਵੀ ਸਥਿਤੀ ਕਾਫੀ ਬੈਟਰ ਹੈ। ਅੱਜ ਇੰਡੀਆ ਦੇ ਵਿੱਚ 6 ਲੱਖ ਦੇ ਕਰੀਬ ਸਿਰਫ ਜਿਹੜਾ ਹੈਗਾ ਬੰਦਾ ਰਹਿ ਗਿਆ ਜਿਹੜਾ ਪ੍ਰਭਾਵਿਤ ਹੈ, ਅਤੇ ਪੰਜਾਬ ਦੇ ਵਿੱਚ ਤਾਂ ਸਿਰਫ 4200 ਹੈ। ਜੇ ਉਸ ਇੰਡੀਆ ਦੀ ਪਰਸੈਂਟੇਜ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉਹ 13,000 ਦੇ ਹਿਸਾਬ ਆਉਂਦਾ ਹੈਗਾ ਤਕਰੀਬਨ। ਜੇ ਪਰਸੈਂਟੇਜ ਅਸੀਂ ਕੱਢ ਲੈਂਦੇ ਹਾਂ, 45ਵਾਂ ਹਿੱਸਾ ਕਰ ਦਿੰਦੇ ਹਾਂ ਇੰਡੀਆ ਦਾ, ਅਤੇ ਇਹ ਉਦੋਂ ਵੀ ਤੀਜਾ ਹਿੱਸਾ ਚੱਲ ਰਿਹਾ। ਤਾਂ ਪੰਜਾਬ ਦੀ ਕਾਫੀ ਵਧੀਆ ਹਾਲਾਤ ਨੇ, ਇਸ ਲਈ ਇਹ ਖੋਲ੍ਹਣਾ ਕਾਫੀ ਵਾਜਬ ਹੈ। ਠੀਕ ਹੈ ਜੀ। ਗਰੇਵਾਲ ਸਾਹਿਬ, ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਆਪ ਜੀ ਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਫਿਰ ਮਿਲਾਂਗੇ, ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ ਜੀ।